ਉਹਨੇ ਆਪਣੇ ਆਪ ਨੂੰ ਥੱਲੇ, ਉਹ ਸਿੱਖ ਦੇ ਥੱਲੇ ਕਰ ਲਿਆ, ਭਾਵ ਆਪਣੇ ਆਪ ਹਾਰ ਗਿਆ, ਸਿੱਖ ਜਿੱਤ ਗਿਆ। ਪਰ ਉਹਦੇ ਇਸ ਕਰਮ ਦਾ ਉਹਨੂੰ ਫਲ ਇਹ ਮਿਲਿਆ, ਉਹਦੇ ਹਿਰਦੇ ਦੇ ਅੰਦਰ ਗਿਆਨ ਹੋ ਗਿਆ। ਕਿਉਂਕਿ ਜਿਹੜੇ ਚੰਗੇ ਕਰਮ ਹਨ ਉਹਨਾਂ ਦਾ ਫਲ ਇਹੀ ਹੁੰਦਾ ਹੈ। ਜਿੰਨੇ ਵੀ ਮਨੁੱਖ ਚੰਗੇ ਕਰਮ ਕਰਦੇ ਹਨ, ਭਾਵ ਕੋਈ ਸੇਵਾ ਕਰਦਾ ਹੈ, ਕੋਈ ਸ਼ਰਧਾ ਧਾਰ ਕੇ ਬਾਣੀ ਪੜ੍ਹਦਾ ਹੈ, ਉਹਦਾ ਕੀ ਫਲ ਮਿਲਦਾ ਹੈ? ਕਈਆਂ ਨੂੰ ਉਹਦਾ ਫਲ ਨਾਲ ਦੀ ਨਾਲ ਮਿਲ ਜਾਂਦਾ ਹੈ, ਕਈਆਂ ਨੂੰ ਫਿਰ ਸਮਾਂ ਪਾ ਕੇ ਮਿਲਦਾ। ਪਹਿਲਵਾਨ ਨੂੰ ਉਸ ਕਰਮ ਦਾ ਇਹ ਫਲ ਮਿਲਿਆ, ਉਹਦੇ ਹਿਰਦੇ ਦੇ ਅੰਦਰ ਗਿਆਨ ਹੋ ਗਿਆ। ਲੈ ਕੇ ਸਿੱਖ ਸਦਨ ਮਹਿ ਆਇਓ, ਨਾਨਾ ਬਿਦਨ ਆਹਾਰ ਕਰਾਇਓ। ਉਹ ਜਿਹੜਾ ਸਿੱਖ ਸੀ 1000 ਰੁਪਈਆ ਲੈ ਕੇ ਆਪਣੇ ਘਰ ਆਉਂਦਾ ਹੈ ਅਤੇ ਬੜੇ ਤਰੀਕਿਆਂ ਦੇ ਬੜੇ ਸੋਹਣੇ ਸੋਹਣੇ ਪਦਾਰਥ ਤਿਆਰ ਕਰਵਾ ਕੇ ਗੁਰੂ ਸਾਹਿਬ ਜੀ ਨੂੰ ਛਕਾਉਂਦਾ ਹੈ। ਉੱਤਮ ਥਲ ਬਿਠਾਏ ਗੁਰ ਪੂਰੇ, ਪੰਕਜ ਪਾਏ ਪਖਾਰੇ ਰੂਰੇ। ਕਹਿੰਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਹ ਸਿੱਖ ਨੇ ਆਪਣੇ ਘਰ ਦੇ ਅੰਦਰ ਬਹਾਇਆ, ਉੱਚੇ ਸਥਾਨ ਤੇ। ਉੱਚੇ ਸਥਾਨ ਤੇ ਮਹਾਰਾਜ ਵਿਰਾਜਮਾਨ ਹੋਏ ਹਨ ਤੇ ਉਸ ਸਿੱਖ ਨੇ ਬੜੇ ਚੰਗੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਨੂੰ ਸਾਫ਼ ਕੀਤਾ ਹੈ। ਚਰਨਾ ਮਿਲ ਮੁਖ ਪਾਇਓ ਜਬ ਹੀ, ਭਈ ਤਿਲੋਕੀ ਕੀ ਸੁਧ ਤਬਹੀ। ਜਦੋਂ ਉਸ ਸਿੱਖ ਨੇ ਗੁਰੂ ਸਾਹਿਬ ਜੀ ਦੇ ਚਰਨ ਧੋਤੇ ਤੇ ਉਹਨਾਂ ਦੇ ਧੋਣ ਤੋਂ ਬਾਅਦ ਜਿਹੜਾ ਅੰਮ੍ਰਿਤ ਜਲ ਬਚਿਆ, ਉਹ ਅੰਮ੍ਰਿਤ ਜਲ ਉਸਨੇ ਛਕ ਲਿਆ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਛਕੇ ਹੋਏ ਜਲ ਦੇ ਕਾਰਨ ਐਸੇ ਉਹਦੇ ਕਰਮ ਬਣੇ, ਉਹਨੂੰ ਤਿੰਨਾਂ ਲੋਕਾਂ ਦੀ, ਤਿੰਨਾਂ ਕਾਲਾਂ ਦੀ ਸੋਝੀ ਹੋ ਗਈ। ਕਿਰਪਾ ਦ੍ਰਿਸ਼ਟ ਕਰ ਮੋਖ ਉਧਾਰਾ, ਤੇ ਕੋ ਸਗਰੋ ਬੰਸ ਉਦਾਰਾ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਉੱਤੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਦੇ ਸਾਰੇ ਦੇ ਸਾਰੇ ਪਰਿਵਾਰ ਦਾ ਹੀ ਪਾਰ ਉਤਾਰਾ ਕਰ ਦਿੱਤਾ ਹੈ। ਭਾਉ ਬਿਲੋਕੇ ਭੋਜਨ ਪਾਇਓ, ਜਿਸ ਪ੍ਰਭ ਕੋ ਜਸ ਦਿਸ ਦਸ ਛਾਇਓ। ਉਹਦਾ ਪ੍ਰੇਮ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭੋਜਨ ਛਕਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਸ ਚਾਰੋਂ ਦਿਸ਼ਾਵਾਂ, 10 ਦਿਸ਼ਾਵਾਂ ਦੇ ਅੰਦਰ ਫੈਲ ਗਿਆ ਹੈ। ਸੋ ਰਜਨੀ ਬਸ ਕਰਤੇ ਧਾਮੂ, ਕੀਨ ਗਮਨ ਪਹੁੰਚੇ ਇੱਕ ਗ੍ਰਾਮੂ। ਇੱਕ ਰਾਤ ਮਹਾਰਾਜ ਉਸ ਸਿੱਖ ਦੇ ਘਰ ਰਹੇ। ਉਸ ਤੋਂ ਬਾਅਦ ਅਗਲੇ ਦਿਨ ਮਹਾਰਾਜ ਤੁਰੇ ਨੇ। ਅਗਲੇ ਦਿਨ ਉੱਥੋਂ ਜਦੋਂ ਤੁਰ ਕੇ ਮਹਾਰਾਜ ਜੀ ਨੇ ਅਗਲੇ ਪਿੰਡ ਦੇ ਅੰਦਰ ਡੇਰਾ ਲਾਇਆ ਹੈ। ਤਿਸ ਮਹਿ ਰਹਿ ਸਿੱਖ ਧਨਹੀਨਾ, ਆਏ ਤਬੇ ਤਿਨ ਦਰਸ਼ਨ ਕੀਨਾ। ਉਸ ਪਿੰਡ ਦੇ ਅੰਦਰ, ਉਸ ਇਲਾਕੇ ਦੇ ਅੰਦਰ ਇੱਕ ਸਿੱਖ ਰਹਿੰਦਾ ਸੀ ਜਿਹਦੇ ਕੋਲ ਪੈਸਾ ਬਹੁਤ ਘੱਟ ਸੀ। ਬੰਧਨ ਕਰਕੇ ਬਿਨੈ ਉਚਾਰੀ, ਉੱਠ ਕਰ ਚਲੀਏ ਸਦਨ ਮਜਾਰੀ। ਮਹਾਰਾਜ ਜੀ ਨੂੰ ਆ ਕੇ ਨਮਸਕਾਰ ਕੀਤੀ ਤੇ ਕਹਿਣ ਲੱਗਿਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਮੇਰੇ ਘਰ ਦੇ ਅੰਦਰ ਚਲੋ। ਚਰਨ ਪਰੇ ਤੇ ਪਾਵਨ ਹੋਵੇ ਹੈ, ਬਚਨ ਸੁਨੇ ਤੇ ਪਲਕੋ ਕਟੇ ਹੈ। ਮਹਾਰਾਜ ਜੀ ਤੁਹਾਡੇ ਪਾਵਨ ਚਰਨ ਮੇਰੇ ਘਰ ਦੇ ਅੰਦਰ ਪੈਣਗੇ, ਮੇਰਾ ਘਰ ਪਵਿੱਤਰ ਹੋ ਜਾਏਗਾ। ਨਾਲੇ ਮੈਂ ਆਪ ਜੀ ਦੇ ਪਾਵਨ ਬਚਨ ਸੁਣਾਂਗਾ। ਤੁਹਾਡੇ ਪਾਵਨ ਬਚਨ ਸੁਣ ਕੇ ਮੇਰੇ ਜਿੰਨੇ ਵੀ ਪਾਪ ਨੇ, ਜਿੰਨੇ ਵੀ ਕਸਮਲ ਮੈਂ ਇਕੱਠੇ ਕੀਤੇ ਹੋਏ ਨੇ, ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ। ਭਾਉ ਬਿਲੋਕ ਕਰਮ ਮਨ ਬਾਨੀ, ਗਮਨੇ ਤੇ ਨਿਕੇਤ ਗੁਣ ਖਾਨੀ। ਮਹਾਰਾਜ ਜੀ ਨੇ ਉਸ ਸਿੱਖ ਦਾ ਭਾਉ ਵੇਖ ਕੇ, ਉਹਦੇ ਕਰਮ ਵੇਖ ਕੇ, ਗੁਣ ਖਾਨੀ, ਗੁਣਾ ਦੇ ਖਾਣ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਦੇ ਘਰ ਨੂੰ ਚਾਲੇ ਪਾ ਦਿੱਤੇ ਹਨ। ਸਿੱਖ ਕੇ ਇੱਕ ਸੁੱਤ ਇੱਕ ਘਰ ਨਾਰੀ, ਗ੍ਰਸਿਓ ਹੁਤੋ ਦਾ ਰਿਤ ਮਹਿ ਭਾਰੀ। ਉਸ ਸਿੱਖ ਦੇ ਘਰ ਦੇ ਅੰਦਰ
ਇੱਕ ਉਹਦੀ ਕੰਨਿਆ ਸੀ, ਉਹਦੀ ਲੜਕੀ ਸੀ ਅਤੇ ਇੱਕ ਉਹਦੀ ਘਰ ਵਾਲੀ ਸੀ। ਪਰ ਕਹਿੰਦੇ ਹਨ ਉਹਦੇ ਘਰ ਦੇ ਵਿੱਚ ਗਰੀਬੀ ਬਹੁਤ ਸੀ। ਗਰੀਬੀ ਦੇ ਨਾਲ, ਦਰਿਦਰਤਾ ਦੇ ਨਾਲ ਉਹਦਾ ਜ਼ਿੰਦਗੀ ਜਿਹੜੀ ਬੜੀ ਗਰੀਬੀ ਦੇ ਵਿੱਚ ਗੁਜ਼ਰ ਰਹੀ ਸੀ। ਏਕ ਸਮੇਂ ਭੋਜਨ ਕਰ ਆਵਹਿ, ਦੁਤੀਏ ਕਾਲ ਯੁਤ ਭੂਖ ਬਤਾਵਹਿ। ਕਹਿੰਦੇ ਇੱਕ ਕਾਲ, ਇੱਕ ਸਮੇਂ ਰੋਟੀ ਮਿਲਦੀ ਸੀ, ਦੂਜੇ ਸਮੇਂ ਭੁੱਖਾ ਹੀ ਰਹਿਣਾ ਪੈਂਦਾ ਸੀ, ਇੰਨੀ ਗਰੀਬੀ ਉਹਦੇ ਘਰ ਸੀ। ਪਰ ਗੁਰੂ ਜਦੋਂ ਦਿਆਲ ਹੁੰਦਾ ਹੈ, ਗੁਰੂ ਦੀ ਇਹ ਨਿਸ਼ਾਨੀ ਹੈ ਦਿਆਲਤਾ ਦੀ। ਸਿੱਖ ਦੀ ਦਰਿਦਰਤਾ ਉਹ ਨਹੀਂ ਵੇਖ ਸਕਦਾ। ਜਦੋਂ ਮਹਾਰਾਜ ਜੀ ਦਿਆਲ ਹੋਏ, ਉਹਦੇ ਘਰ ਤੁਰੇ ਨੇ, ਇੱਕ ਟਾਈਮ ਰੋਟੀ ਪੱਕਦੀ ਹੈ, ਇੱਕ ਟਾਈਮ ਰੋਟੀ ਨਹੀਂ ਸੀ ਪੱਕਿਆ ਕਰਦੀ। ਏਕ ਬਾਰ ਭੋਜਨ ਕਰ ਖਵਾਇਓ, ਦਿਵਸ ਦੂਸਰੇ ਹਾਥ ਨ ਆਇਓ। ਕਈ ਵਾਰੀ ਐਸਾ ਵੀ ਹੁੰਦਾ ਸੀ, ਇੱਕ ਦਿਨ ਹੀ ਰੋਟੀ ਖਾਂਦੇ ਸੀ, ਅਗਲੇ ਦਿਨ ਸਾਰਾ ਦਿਨ ਹੀ ਰੋਟੀ ਨਹੀਂ ਸੀ ਮਿਲਦੀ। ਇੰਨੀ ਦਰਿਦਰਤਾ, ਇੰਨੀ ਗਰੀਬੀ ਦੇ ਨਾਲ ਉਹਦਾ ਪਰਿਵਾਰ ਗਰਸਿਆ ਹੋਇਆ ਸੀ। ਦੋਹਰਾ ਸੋਜ ਅਲਪ ਸੀ ਘਰ ਹੁਤੀ, ਵੇਚੀ ਜਾਏ ਬਾਜ਼ਾਰ। ਕਹਿੰਦੇ ਉਹਦੇ ਘਰ ਥੋੜਾ ਬਹੁਤਾ ਸਮਾਨ ਸੀ, ਜਿੰਨਾ ਵੀ ਸਮਾਨ ਉਹਦੇ ਗ੍ਰਹਿ ਦੇ ਵਿੱਚ ਹੈ ਸੀ, ਸਾਰੇ ਦਾ ਸਾਰਾ ਸਮਾਨ ਉਹਨੇ ਜਾ ਕੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ। ਆਨ ਅੰਨ ਭੋਜਨ ਕਰਿਓ, ਬਹੁਰ ਨ ਕਛੂ ਆਹਾਰ। ਕਹਿੰਦੇ ਉਹ ਜਿੰਨਾ ਕੁ ਸਮਾਨ ਹੈ ਸੀ ਉਹ ਵੇਚ ਦਿੱਤਾ, ਉਹਦਾ ਆ ਕੇ ਘਰ ਰੋਟੀ ਪਾਣੀ ਛਕ ਲਿਆ। ਹੁਣ ਅਗਲੇ ਦਿਨ ਰੋਟੀ ਪਾਣੀ ਛਕਣ ਵਾਸਤੇ ਕੁਛ ਨਾ ਰਿਹਾ। ਜੋ ਪਈ ਅਗਲੇ ਦਿਵਸ ਸੀਸ ਕੇ ਬਾਰਾ, ਸੋ ਉਤਾਰਿਓ ਦਾਮ ਕਰ ਤਿਆਰਾ। ਕਹਿੰਦੇ ਅਗਲੇ ਦਿਨ ਇੱਥੇ ਕਵੀ ਜੀ ਇੱਕ ਅਲੰਕਾਰ ਵਰਤ ਰਹੇ ਨੇ। ਕਹਿੰਦੇ ਇੰਨੀ ਗਰੀਬੀ ਹੋਈ, ਅਗਲੇ ਦਿਨ ਆਪਣੇ ਸੀਸ ਦੇ ਵਾਲ ਹੀ ਕਟਵਾ ਲਏ, ਕਟਵਾ ਕੇ ਉਹਦੀ ਰੱਸੀ ਤਿਆਰ ਕਰ ਲਈ ਹੈ। ਵੇਚ ਸੁ ਅੰਨ ਆਨ ਦੇ ਨਾਰੀ, ਕਹਿ ਆਹਾਰ ਕਰ ਤੁਰਨ ਤਿਆਰੀ। ਉਹ ਵੇਚ ਕੇ ਜਿੰਨੇ ਕੁ ਪੈਸੇ ਮਿਲੇ, ਆਪਣੀ ਘਰ ਦੀ ਨੂੰ ਕਹਿੰਦਾ ਹੈ, ਆ ਤੁਹਾਨੂੰ ਭੋਜਨ ਮੈਂ ਲਿਆ ਦਿੱਤਾ ਹੈ, ਕਿਰਪਾ ਕਰੋ ਹੁਣ ਇਹਦੀ ਹੋਈ ਜਿੰਨਾ ਕੁ ਭੋਜਨ ਹੈ ਇਹਦਾ ਲੰਗਰ ਤਿਆਰ ਕਰ ਲਵੋ। ਜਲ ਸੁਚ ਆਨ ਲੀਪ ਕਰ ਥਾਈ, ਪੁਨ ਸਮਦਾ ਲੈ ਅਗਨ ਜਰਾਈ। ਕਹਿੰਦੇ ਸੁੱਚਾ ਜਲ ਲਿਆ ਕੇ ਉਹਦੀ ਘਰ ਦੀ ਨੇ ਪੋਚਾ ਫੇਰਿਆ, ਚੰਗੀ ਤਰ੍ਹਾਂ ਸਾਫ਼ ਕੀਤਾ ਘਰ, ਫਿਰ ਬਾਲਣ ਲਗਾ ਕੇ ਚੁੱਲ੍ਹੇ ਨੂੰ ਜਲਾਇਆ ਹੈ। ਕਾਰਜ ਕਿਸ ਕੋ ਊਟ ਕਰ ਗਈ, ਬਾਰਿਕ ਤਹਾਂ ਬਿਠਾਵਤ ਭਈ। ਉਹਦੀ ਘਰ ਦੀ ਕਿਸੇ ਕੰਮ ਵਾਸਤੇ ਚੌਂਕੇ 'ਚੋਂ ਉੱਠ ਕੇ ਬਾਹਰ ਚਲੀ ਗਈ, ਉੱਥੇ ਆਪਣੇ ਬੱਚੇ ਨੂੰ ਬਿਠਾ ਕੇ ਚਲੀ ਗਈ। ਪੀਛੇ ਤੇ ਸੋ ਸਿਸ ਗਿਰ ਪਰਾ, ਅਗਨ ਵਿਖੈ ਸਾਰੋ ਤਨ ਜਰਾ। ਇੱਕ ਤੇ ਗਰੀਬੀ ਸੀ, ਪਿੱਛੋਂ ਜਿਹੜਾ ਉਹ ਬੱਚਾ ਹੈ ਉਹ ਵੀ ਜਾ ਕੇ ਅੱਗ ਦੇ ਵਿੱਚ ਡਿੱਗ ਪਿਆ ਅਤੇ ਸਾਰੇ ਦਾ ਸਾਰਾ ਜਿਹੜਾ ਸਰੀਰ ਹੈ ਉਹਦਾ ਅੱਗ ਦੇ ਨਾਲ ਸੜ ਗਿਆ ਹੈ। ਆਨ ਅਗਨਾ ਪਿਖਿਓ ਕਸੂਤਾ, ਜਰਕੈ ਪਰਿਓ ਮ੍ਰਿਤਕ ਹੈ ਪੂਤਾ। ਕਹਿੰਦੇ ਉਹਨੇ ਘਰ ਦੀ ਨੇ ਆ ਕੇ ਵੇਖਿਆ, ਕੀ ਤੱਕਦੀ ਹੈ, ਅੱਗ ਦੇ ਨਾਲ ਪੁੱਤਰ ਸੜ ਗਿਆ ਹੈ ਅਤੇ ਸੜਨ ਕਰਕੇ ਉਹਦੀ ਮੌਤ ਹੋ ਗਈ ਹੈ। ਤੂਸਨ ਰਹੀ ਹਿਰਦੇ ਅਸ ਜਾਨਾ, ਸੁਨੈ ਨਾ ਸੰਤ ਬਾਤ ਇਹ ਕਾਨਾ। ਕਹਿੰਦੇ ਇਸ ਕਰਕੇ ਉਹ ਚੁੱਪ ਰਹੀ, ਕਿਤੇ ਜਿਹੜੇ ਸੰਤ ਗੁਰੂ ਨਾਨਕ ਦੇਵ ਜੀ, ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਸਾਡੇ ਘਰ ਆਏ ਨੇ, ਕਿਤੇ ਇਹ ਸੁਣ ਨਾ ਲੈਣ। ਇਸ ਕਰਕੇ ਉਹਨੇ ਕੋਈ ਵਿਲਾਪ ਨਾ ਕੀਤਾ, ਚੁੱਪ ਹੀ ਰਹੀ ਹੈ। ਜਾਏ ਖੁਦਤ ਸੋ ਬਿਨਾ ਆਹਾਰਾ, ਦੋਸ ਲੱਗੇ ਹਮਰੇ ਸਿਰ ਭਾਰਾ। ਕਦੀ ਸੰਤ ਨੂੰ ਪਤਾ ਲੱਗ ਜਾਏ ਕਿ ਇਹਨਾਂ ਦੇ ਘਰ ਬੱਚਾ ਮਰ ਗਿਆ, ਮੈਂ ਇੱਥੇ ਕੀ ਲੰਗਰ ਛਕਾਂਗਾ, ਇਹਦਾ ਸਾਡੇ ਸਿਰ ਤੇ ਬੜਾ ਭਾਰੀ ਦੋਸ਼ ਲੱਗੇਗਾ। ਇਸ ਕਰਕੇ ਉਹਨੇ ਰੋਲਾ ਨਾ ਪਾਇਆ, ਚੁੱਪ ਕਰਕੇ ਬੈਠੀ ਰਹੀ ਹੈ। ਸੁਤ ਕੋ ਬਸਤਰ ਲਪੇਟ ਬਣਾਏ, ਘਰ ਅੰਦਰ ਆਈ ਪੋਡਾਏ। ਆਪਣੇ ਪੁੱਤਰ ਨੂੰ ਜਿਹੜਾ ਸੜਿਆ ਹੋਇਆ ਸੀ ਉਹਨੂੰ ਵਸਤਰਾਂ ਦੇ ਵਿੱਚ ਲਪੇਟ ਕੇ ਘਰ ਦੇ ਇੱਕ ਕਮਰੇ ਦੇ ਵਿੱਚ ਰੱਖ ਆਈ ਹੈ। ਨਿਜ ਪਤ ਪਾਸ ਨਾ ਬਾਤ ਬਖਾਨੀ, ਭੋਜਨ ਕੀਨੋ
परम सियानी। ਇੰਨੀ ਸਿਆਣੀ ਸੀ ਉਹ ਬੀਬੀ, ਆਪਣੇ ਪਤੀ ਨੂੰ ਵੀ ਉਹਨੇ ਨਾ ਦੱਸਿਆ ਵੀ ਬੱਚਾ ਮਰ ਗਿਆ। ਬਹੁਤ ਸਿਆਣੀ ਬੀਬੀ ਸੀ, ਪਤੀ ਨੂੰ ਵੀ ਨਾ ਦੱਸਿਆ ਅਤੇ ਆਪਣੇ ਜਿਹੜੇ ਕਾਰਜ ਭੋਜਨ ਤਿਆਰ ਕਰਨ ਦਾ ਕਰਦੀ ਰਹੀ। श्री नानक को बहुर बुलाए, बैठारे जो हुती सोच खाए। ਫਿਰ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਦਿਆ ਅਤੇ ਮਹਾਰਾਜ ਜੀ ਨੂੰ ਸੁੱਚੀ ਥਾਂ ਤੇ ਬਿਠਾ ਦਿੱਤਾ ਹੈ। जब ही धरा आहार अगारी, तब ही श्री गुर गिरा उचारी। ਜਿਵੇਂ ਹੀ ਲੰਗਰ ਪ੍ਰਸ਼ਾਦਾ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖਿਆ, ਗੁਰੂ ਨਾਨਕ ਸਾਹਿਬ ਪੁੱਛਦੇ ਨੇ ਤੁਹਾਡਾ ਬਾਲਕ ਕਿੱਥੇ ਹੈ? सुंदर बारक हो तो तुम्हारो, अब नहे पिखयंत सदन मजारो। ਕਹਿੰਦੇ ਨੇ ਬੀਬੀ ਤੁਹਾਡਾ ਇੱਕ ਬਾਲਕ ਸੀ ਬੜਾ ਸੋਹਣਾ, ਆ ਘਰ ਦੇ ਵਿੱਚ ਖੇਡਦਾ ਪਿਆ ਸੀ, ਹੁਣ ਉਹ ਵਿਖਦਾ ਨਹੀਂ। ਤੁਹਾਡਾ ਬਾਲਕ ਘਰ ਦੇ ਵਿੱਚ ਹੈ ਜਾਂ ਫਿਰ ਕਿਤੇ ਬਾਹਰ ਚਲਾ ਗਿਆ ਹੈ? कहती सोयो घर माही, खेलत अलस भा जागत नाही। ਉਹਦੀ ਘਰ ਦੀ ਕਹਿਣ ਲੱਗੀ ਸਾਹਿਬ ਸੰਤ ਜੀ, ਬਾਲਕ ਖੇਡਦਾ ਪਿਆ ਸੀ, ਖੇਡਦਾ ਖੇਡਦਾ ਬੜਾ ਥੱਕ ਗਿਆ, ਥੱਕਣ ਕਰਕੇ ਉਹਨੂੰ ਆਲਸ ਆ ਗਿਆ, ਉਹ ਆਲਸ ਆਉਣ ਕਰਕੇ ਅੰਦਰ ਸੋ ਗਿਆ, ਉਹ ਅੰਦਰ ਸੁੱਤਾ ਪਿਆ ਹੈ, ਇਸ ਕਰਕੇ ਉਹਨੂੰ ਮੈਂ ਨਹੀਂ ਜਗਾਇਆ। सुन सुनते सिस लेहो जगाई, आने निकट का भोजन खाई। ਮਹਾਰਾਜ ਕਹਿਣ ਲੱਗੇ ਹੇ ਸਮੱਤ ਵਾਲੀ ਬੀਬੀ, ਫਿਰ ਐਵੇਂ ਕਰ ਉਹਨੂੰ ਬਾਲਕ ਨੂੰ ਲਿਆ ਸੱਦ ਕੇ, ਉਹ ਆਏਗਾ ਤੇ ਅਸੀਂ ਲੰਗਰ ਛਕਾਂਗੇ, ਨਹੀਂ ਅਸੀਂ ਤੇਰੇ ਘਰ ਲੰਗਰ ਨਹੀਂ ਛਕਣਾ। तब नारी पूछन हुए रही, ते प्रत बहरो सतगुर कही। ਉਹ ਬੀਬੀ ਬਹੁਤ ਚੁੱਪ ਹੋਈ, ਚੁੱਪ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੀ ਹੇ ਸੱਚੇ ਪਾਤਸ਼ਾਹ ਮੇਰੀ ਗੱਲ ਸੁਣੋ। बारिक नाम कहो क्या रखा, लाला है सिख न भाखा। ਮਹਾਰਾਜ ਜੀ ਕਹਿਣ ਲੱਗੇ ਚਲੋ ਬੀਬੀ ਤੂੰ ਐਵੇਂ ਹੀ ਦੱਸ ਉਹ ਬਾਲਕ ਦਾ ਨਾਂ ਕੀ ਰੱਖਿਆ? ਫਿਰ ਉਹ ਬਾਲਕ ਦਾ ਪਿਤਾ ਕਹਿੰਦਾ ਉਹਦਾ ਨਾਮ ਸਤਿਗੁਰੂ ਜੀ ਲਾਲਾ ਹੈ। सुन के श्री प्रभ तिसे हकारा, आवो लाला करो आहारा। ਗੁਰੂ ਨਾਨਕ ਸਾਹਿਬ ਜੀ ਨੇ ਆਵਾਜ਼ ਮਾਰੀ ਲਾਲਾ ਆ ਉੱਠ ਕੇ ਆ ਕੇ ਲੰਗਰ ਛਕ ਲੈ। जीव्यो सिस सो गुरु अलावा, पग सो चलत समीप सु आवा। ਗੁਰੂ ਨਾਨਕ ਸਾਹਿਬ ਨੇ ਆਵਾਜ਼ ਮਾਰੀ, ਬੱਚਾ ਜਿੰਦਾ ਹੋ ਗਿਆ। ਇਹ ਗੁਰੂ ਦੀ ਕਰਾਮਾਤ ਹੈ, ਗੁਰੂ ਚਾਹੇ ਕਿਸੇ ਨੂੰ ਜਿੰਦਾ ਕਰੇ ਰੱਖ ਲੈ, ਮਰਜ਼ੀ ਹੈ ਉਹਦੀ। ਗੁਰੂ ਚਾਹੇ ਮੁਰਦਿਆਂ ਨੂੰ ਖੜਾ ਕਰ ਸਕਦਾ, ਉਹਦੀ ਮਰਜ਼ੀ ਹੈ। ਜਿਉਂਦਿਆਂ ਨੂੰ ਥੱਲੇ ਡੇਗ ਸਕਦਾ, ਉਹਦੀ ਮਰਜ਼ੀ ਹੈ। ਇਹ ਗੁਰੂ ਕਰਾਮਾਤ ਨਹੀਂ ਵਿਖਾ ਰਹੇ, ਇਹ ਸਿੱਖ ਦਾ ਪ੍ਰੇਮ ਹੈ। ਕਿੰਨੇ ਪ੍ਰੇਮ ਨਾਲ ਉਹ ਸੇਵਾ ਕਰ ਰਿਹਾ ਹੈ। ਮਹਾਰਾਜ ਉਹਦੇ ਪ੍ਰੇਮ ਤੇ ਆਪਣੇ ਪ੍ਰੇਮ ਚ ਆ ਕੇ ਗੁਰੂ ਕੁਛ ਵੀ ਕਰ ਸਕਦਾ ਹੈ। ਕਈ ਵਾਰੀ ਕਹਿੰਦੇ ਨੇ ਪਰਮਾਤਮਾ ਦੇ ਭਗਤ ਕਰਾਮਾਤ ਨਹੀਂ ਵਿਖਾਉਂਦੇ, ਇਹ ਸੱਚਾਈ ਹੈ। ਪਰ ਉਹ ਸਾਡੇ ਬੰਧਨਾਂ ਵਿੱਚ ਨਹੀਂ ਬੱਝੇ ਹੋਏ ਵੀ ਨੇ, ਵਿਖਾਉਣੀਆਂ ਹੀ ਨਹੀਂ, ਉਹਦੀ ਮਰਜ਼ੀ ਹੈ। ਪਰਮਾਤਮਾ ਸਾਡੇ ਬੰਧਨਾਂ 'ਚ ਨਹੀਂ ਹੈ। ਪਰਮਾਤਮਾ ਸਾਡੇ ਅਨੁਸਾਰ ਨਹੀਂ ਤੁਰਦਾ, ਆਪਣੇ ਅਨੁਸਾਰ ਬੇਪਰਵਾਹ ਹੈ। ਉਹਨੂੰ ਕਿਹੜਾ ਕਿਸੇ ਦੀ ਪਰਵਾਹ ਹੈ? ਕੋਈ ਨਿੰਦਾ ਕਰੇ, ਕੋਈ ਚੁਗਲੀ ਕਰੇ, ਕੋਈ ਗਾਲਾਂ ਕੱਢੇ, ਉਹਨੂੰ ਪਰਵਾਹ ਨਹੀਂ। ਮਹਾਰਾਜ ਨੇ ਆਵਾਜ਼ ਮਾਰੀ, ਬਾਲਕ ਜਿਉਂਦਾ ਹੋ ਕੇ ਮਹਾਰਾਜ ਦੇ ਕੋਲ ਆਇਆ। निज कर सो गुर दीन आहारा, खात मात भा हरख अपारा। ਮਹਾਰਾਜ ਜੀ ਨੇ ਆਪਣੇ ਹੱਥਾਂ ਨਾਲ ਉਹ ਬਾਲਕ ਨੂੰ ਲੰਗਰ ਛਕਾਇਆ। ਜਦੋਂ ਲੰਗਰ ਛਕਦਾ ਹੈ, ਉਹਦੀ ਮਾਤਾ ਅਤੇ ਪਿਤਾ ਬੜੇ ਖੁਸ਼ ਹੁੰਦੇ ਹਨ। निज पत सो सुनाए ते काला, हिरदे सरता बदी विसाला। ਕਹਿੰਦੇ ਉਹ ਜਿਹੜੀ ਬੀਬੀ ਸੀ ਉਹਨੇ ਆਪਣੇ ਪਤੀ ਨੂੰ ਆਪਣੇ ਬੱਚੇ ਦੇ ਜਿੰਦੇ ਹੋਣ ਦੀ ਸਾਰੀ ਵਾਰਤਾ ਸੁਣਾਈ ਤੇ ਵਾਰਤਾ ਸੁਣਾ ਕੇ ਕਹਿੰਦੀ ਹੈ, ਕਹਿੰਦੇ ਪਤੀ ਜੀ ਇਹ ਜਿਹੜਾ ਬੱਚਾ ਸੀ ਆਪਣਾ ਇਹ ਤੇ ਚੜ੍ਹਾਈ ਕਰ ਗਿਆ ਸੀ। दंपत मिल तब बंधन कीनो, महापुरख पूरन मन चीनो। ਉਹ
ਜਿਹੜੇ ਬੀਬੀ ਤੇ ਭਾਈ ਸਨ ਦੋਵੇਂ, ਉਹਨਾਂ ਨੇ ਬੜਾ ਪ੍ਰੇਮ ਉਹਨਾਂ ਦੇ ਅੰਦਰ ਵਧਿਆ ਵੀ ਏਡੇ ਵੱਡੇ ਨੇ ਗੁਰੂ ਸਾਹਿਬ ਇਹ। ਕਹਿੰਦੇ ਇਸ ਕਰਕੇ ਦੋਵਾਂ ਨੇ ਬੜਾ ਪ੍ਰੇਮ ਵਧਿਆ, ਬੜੇ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਨੂੰ ਨਮਸਕਾਰਾਂ ਕਰ ਰਹੇ ਹਨ। ਅਗਲੇ ਦਿਵਸ ਅੰਨ ਘਰ ਨਾਹੀ, ਭੀ ਚਿੰਤਾ ਆਤਿਸੈ ਮਨ ਮਾਹੀ। ਪਰ ਅਗਲੇ ਦਿਨ ਵਾਸਤੇ ਵੀ ਹੁਣ ਧਨ ਨਹੀਂ ਸੀ ਘਰ ਵਿੱਚ, ਕਿਉਂਕਿ ਗਰੀਬੀ ਬੜੀ ਸੀ। ਇੱਕ ਦਿਨ ਤੇ ਖਾ ਲਿਆ, ਹੁਣ ਅਗਲੇ ਦਿਨ ਦੀ ਫਿਰ ਚਿੰਤਾ ਪੈ ਗਈ, ਹੁਣ ਲੰਗਰ ਕਿੱਥੋਂ ਆਏਗਾ। ਸੋ ਸਿਸ ਵੇਚਨ ਚਲੇ ਬਜ਼ਾਰੇ, ਬੂਝੋ ਪ੍ਰਭ ਸੋ ਜਾਤ ਨਿਹਾਰੇ। ਉਹ ਆਪਣੇ ਹੁਣ ਸੋਚਦੇ ਨੇ ਬੱਚੇ ਨੂੰ ਵੇਚ ਦਈਏ ਬਾਜ਼ਾਰ 'ਚ, ਬੱਚੇ ਨੂੰ ਵੇਚਣ ਵਾਸਤੇ ਬਾਜ਼ਾਰ ਚੱਲੇ ਨੇ। ਗੁਰੂ ਨਾਨਕ ਸਾਹਿਬ ਪੁੱਛਦੇ ਨੇ, ਭਾਈ ਤੁਸੀਂ ਕਿੱਥੇ ਚੱਲੇ ਹੋ? ਕਹਾਂ ਚੱਲੇ ਬਾਰਿਕ ਸੰਗ ਲੀਨਾ, ਉਹ ਕਾਰਜ ਹੈ ਏਸ ਅਧੀਨਾ। ਅੰਤਰਜਾਮੀ ਨੇ ਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣ, ਉਹਨਾਂ ਦੇ ਦਿਲਾਂ ਦੇ ਵਿੱਚ ਕੀ ਚੱਲ ਰਿਹਾ ਸੀ ਮਹਾਰਾਜ ਤੇ ਜਾਣਦੇ ਹੀ ਸੀ। ਮਹਾਰਾਜ ਕਹਿਣ ਲੱਗੇ ਬਾਜ਼ਾਰ ਵਿੱਚ ਤੇ ਤੁਸੀਂ ਚੱਲੇ ਹੋ, ਤੇ ਬਾਲਕ ਦਾ ਕੀ ਕੰਮ ਹੈ ਬਾਜ਼ਾਰ 'ਚ? ਇਹਨੂੰ ਕਿਉਂ ਤੁਸੀਂ ਨਾਲ ਲੈ ਕੇ ਚੱਲੇ ਹੋ? ਸਿੱਖ ਭੰਨਿਓ ਤੁਮ ਅੰਤਰਜਾਮੀ, ਹਮਕੋ ਕਿਆ ਬੂਝਤ ਹੋ ਸੁਆਮੀ। ਉਹ ਕਹਿਣ ਲੱਗੇ ਮਹਾਰਾਜ ਤੁਸੀਂ ਅੰਤਰਜਾਮੀ ਹੋ, ਤੁਸੀਂ ਤੇ ਜਾਣਦੇ ਹੀ ਹੋ। ਘਟ ਘਟ ਕੇ ਅੰਦਰ ਕੀ ਜਾਣ, ਬਿਨ ਬੋਲਿਆ ਸਭ ਕੀ ਜਾਣਦਾ। ਗੁਰੂ ਬਿਨ ਬੋਲਿਆ ਹੀ ਜਾਣਦਾ। ਕਹਿੰਦੇ ਮਹਾਰਾਜ ਤੁਸੀਂ ਜਾਣਦੇ ਹੀ ਹੋ, ਫਿਰ ਸਾਨੂੰ ਕੀ ਪੁੱਛਦੇ ਹੋ? ਤੁਸੀਂ ਅੰਤਰਜਾਮੀ ਹੋ, ਇਸ ਕਰਕੇ ਹੁਣ ਮਹਾਰਾਜ ਸਾਨੂੰ ਇਸ ਚੀਜ਼ ਬਾਰੇ ਨਾ ਪੁੱਛੋ। ਸੋ ਬਾਰਿਕ ਪ੍ਰਭ ਨਿਕਟ ਹਕਾਰਾ, ਬਾਹੇ ਪਕੜ ਕੇ ਬਚਨ ਉਚਾਰਾ। ਮਹਾਰਾਜ ਜੀ ਨੇ ਬਾਲਕ ਨੂੰ ਆਪਣੇ ਨੇੜੇ ਸੱਦਿਆ ਤੇ ਉਹਦੀ ਬਾਹ ਫੜ ਕੇ ਮਹਾਰਾਜ ਜੀ ਨੇ ਬਚਨ ਕਿਹਾ, ਮਾਤ ਪਿਤਾ ਲੈ ਅਬ ਤੁਝ ਜਾਹੀ, ਵੇਚेंगे ਬਾਜ਼ਾਰ ਕੇ ਮਾਹੀ। ਕਹਿਣ ਲੱਗੇ, ਕਹਿੰਦੇ ਬੱਚਿਆ ਤੇਰੇ ਮਾਤਾ ਪਿਤਾ ਤੈਨੂੰ ਲੈ ਕੇ ਚੱਲੇ ਨੇ ਤੇ ਤੈਨੂੰ ਇਹਨਾਂ ਜਾ ਕੇ ਹੁਣ ਬਾਜ਼ਾਰ ਵਿੱਚ ਵੇਚ ਦੇਣਾ ਹੈ। ਨਿਤ ਖਾਵੰਦ ਕੀ ਸੇਵਾ ਕਰ ਹੈ, ਚੱਕੀ ਪੀਸੈ ਪਾਣੀ ਭਰ ਹੈ। ਕਹਿੰਦੇ ਇਸ ਕਰਕੇ ਇਹ ਜਿਹੜੇ ਦੰਪਤੀ ਨੇ ਦੋਵੇਂ, ਇਹ ਨਿੱਜ ਖਾਵੰਦ ਦੀ ਆਪਣੇ ਗੁਰੂ ਦੀ ਸੇਵਾ ਕਰਨ ਵਾਸਤੇ ਚੱਕੀ ਪੀਸਦੇ ਪਾਣੀ ਭਰਦੇ ਨੇ, ਪਰ ਤੈਨੂੰ ਵੇਚ ਦੇਣਗੇ, ਕਿਉਂਕਿ ਜਿਹੜੇ ਅਸੀਂ ਆਏ ਆ ਸਾਨੂੰ ਲੰਗਰ ਛਕਾਉਣ ਵਾਸਤੇ। ਵਿੰਜਨ ਫੇਰੇ ਕਰ ਪਗ ਚਾਪੀ, ਆਇਸ ਮੋਹਰੇ ਨਹੀਂ ਕਦਾਪੀ। ਕਹਿੰਦੇ ਇਹ ਬੜੇ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੇ ਨੇ, ਤੇ ਇਸ ਕਰਕੇ ਉਹ ਬੱਚਾ ਵੀ ਕਹਿੰਦਾ, ਕਹਿੰਦੇ ਸਤਿਗੁਰੂ ਜੀ ਮੈਂ ਤੇ ਇਹਨਾਂ ਦੇ ਹੁਕਮ ਦੇ ਵਿੱਚ ਆ, ਇਹ ਜਿਵੇਂ ਕਰਨਗੇ ਇਹਨਾਂ ਨੂੰ ਚੰਗਾ ਲੱਗੇ। ਹਾਥ ਬੰਦ ਸਿਸ ਗਿਰਾ ਉਚਾਰੀ, ਰਹੋ ਕਸਮ ਆਇਸ ਅਨੁਸਾਰੀ। ਉਹ ਬੱਚਾ ਕਹਿਣ ਲੱਗਿਆ ਮਹਾਰਾਜ ਹੱਥ ਜੋੜ ਕੇ, ਸੱਚੇ ਪਾਤਸ਼ਾਹ ਇਹਨਾਂ ਮੈਨੂੰ ਪਾਲਿਆ, ਮੈਂ ਇਹਨਾਂ ਦੀ ਆਗਿਆ ਵਿੱਚ ਜਿਵੇਂ ਇਹ ਕਰਨਗੇ ਮੈਨੂੰ ਕਬੂਲ ਹੈ। ਤੇ ਚਿੰਨ ਸੁਣ ਕੇ ਕਿਰਪਾ ਨਿਧਾਨਾ, ਸ੍ਰੀ ਮੁਖ ਤੇ ਇੱਕ ਸ਼ਬਦ ਬਖਾਨਾ। ਕਹਿੰਦੇ ਮਹਾਰਾਜ ਜੀ ਨੇ ਉਹਦੇ ਬੱਚੇ ਦੇ ਮੁਖ ਤੋਂ ਇਹ ਸ਼ਬਦ ਸੁਣਿਆ ਵੀ ਮੈਂ ਤੇ ਗੁਲਾਮ ਆ। ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਬੋਲਿਆ ਹੈ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਹੈ। ਮਾਰੂ ਮਹੱਲਾ ਪਹਿਲਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਕਹਿੰਦੇ ਹੇ ਸੁਆਮੀ ਮੈਂ ਤੇ ਰੱਬ ਦਾ ਗੁਲਾਮ ਹਾਂ, ਮੁੱਲ ਖਰੀਦਿਆ ਹੋਇਆ ਲਾਲਾ ਹਾਂ। ਲਾਲਾ ਕਹਿੰਦੇ ਨੇ ਗੁਲਾਮ ਨੂੰ, ਮੈਂ ਤੇ ਮੁੱਲ ਖਰੀਦਿਆ ਹੋਇਆ, ਪਰ ਹੈ ਬੜੇ ਸੁਭਾਗਾ ਵਾਲਾ ਹਾਂ। ਗੁਰ ਕੀ ਬਚਨੀ ਹਾਟ ਬੇਕਾਨਾ, ਜਿੱਤ ਲਾਇਆ ਤਿੱਤ ਲਾਗਾ। ਕਹਿੰਦੇ ਗੁਰੂ ਦੇ ਬਚਨਾਂ ਤੇ ਆਪਣੇ ਆਪ ਨੂੰ ਹੱਟੀ ਤੇ ਵੇਚ ਦਿੱਤਾ ਹੈ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ। ਕਹਿੰਦੇ ਇਸ ਕਰਕੇ ਹੇ ਪ੍ਰਮਾਤਮਾ ਮੇਰੀ ਕੀ ਚਤੁਰਾਈ ਹੈ ਗੁਲਾਮ ਦੀ, ਤੇਰਾ ਹੁਕਮ ਮੇਰੇ ਤੋਂ ਸਾਰੇ ਨਹੀਂ ਮੰਨੇ ਜਾਂਦੇ, ਤੇਰੇ ਹੁਕਮ ਦੇ ਵਿੱਚ ਮੈਂ ਨਹੀਂ ਰਹਿ ਸਕਦਾ, ਮੇਰੇ ਅੰਦਰ ਕੋਈ ਚਤੁਰਾਈ ਨਹੀਂ ਹੈ। ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ। ਕਹਿੰਦੇ ਮੇਰੀ ਮਾਂ ਲਾਲੀ ਹੈ, ਭਾ ਪਰਮਾਤਮਾ ਮੇਰੀ ਮਾਂ ਵੀ ਤੇਰੀ ਗੁਲਾਮ ਹੈ,
ਪਿਤਾ ਵੀ ਗੁਲਾਮ ਹੈ ਤੇ ਮੈਂ ਉਹਨਾਂ ਦੇ ਹੀ ਮੈਨੂੰ ਜਨਮ ਮਿਲਿਆ ਹੋਇਆ ਹੈ। ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋ ਤੇਰੀ ਰਾਇਆ। ਕਹਿੰਦੇ ਮੇਰੀ ਮਾਤਾ ਵੀ ਤੈਨੂੰ ਗਾਉਂਦੀ ਹੈ, ਪਿਤਾ ਵੀ ਤੈਨੂੰ ਗਾਉਂਦੀ ਹੈ, ਤੇ ਸੱਚੇ ਪਾਤਸ਼ਾਹ ਮੈਂ ਵੀ ਤੇਰੀ ਹੋਈ ਭਗਤੀ ਕਰਦਾ ਹਾਂ। ਪੀਐ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ। ਕਹਿੰਦੇ ਹੇ ਪ੍ਰਮਾਤਮਾ ਜੇ ਤੂੰ ਪੀਏ, ਆਪਾਂ ਇਹ ਸ਼ਬਦ ਗੁਰੂ ਦੇ ਪ੍ਰਤੀ ਵੀ ਉਚਾਰਦੇ ਆ, ਜੇ ਤੂੰ ਪੀਏ ਤੇ ਤੇਰੇ ਵਾਸਤੇ ਪਾਣੀ ਲਿਆਵਾਂ, ਜੇ ਤੂੰ ਖਾਏ ਤੇ ਤੈਨੂੰ ਅੰਨ ਛਕਾਵਾਂ। ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਮ। ਤੈਨੂੰ ਪੱਖਾ ਫੇਰਦਾ ਰਵਾਂ, ਹਮੇਸ਼ਾ ਤੇਰਾ ਨਾਮ ਜਪਦਾ ਰਵਾਂ, ਇਹੀ ਮੇਰੇ ਸੁਭਾਗ ਹੈ। ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ। ਮਹਾਰਾਜ ਆਪਣੇ ਆਪ ਨੂੰ ਕਹਿੰਦੇ ਹੇ ਸੁਆਮੀ, ਨਾਨਕ ਤੇਰਾ ਸੇਵਕ ਨਮਕ ਹਰਾਮ ਹੈ, ਜੇ ਤੂੰ ਬਖਸ਼ੇ ਤੇ ਮੈਨੂੰ ਵਡਿਆਈ ਬਖਸ਼। ਮੇਰੇ ਔਗਣ ਬੜੇ ਨੇ, ਜਿੰਨੀ ਤੇਰੀ ਰਜਾ ਦੇ ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ, ਪਰ ਤੇਰਾ ਗੁਣ ਮੈਂ ਇੱਕ ਨਹੀਂ ਜਾਣਿਆ। ਕਹਿੰਦੇ ਕੇਤੇ ਗਣਾਓ ਅਸੰਖ ਔਗਣ ਮੇਰਿਆ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਬਖਸ਼ਣ ਹਾਰੈ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਬੜੇ ਪਾਪ ਕਮਾਉਂਦੇ ਹਾਂ ਪਰਮਾਤਮਾ, ਦਿਨ ਦਿਨ ਚ ਕਮਾਉਂਦੇ ਹਾਂ, ਸੈਕਿੰਡਾਂ ਚ ਕਮਾਉਂਦੇ ਹਾਂ, ਪਤਾ ਨਹੀਂ ਕਮਾ ਕੇ ਕਿੰਨੇ ਇਕੱਠੇ ਹੋ ਗਏ ਨੇ। ਕਿਰਪਾ ਕਰ ਪ੍ਰਮਾਤਮਾ, ਤੇਰੀਆਂ ਦਿੱਤੀਆਂ ਦਾਤਾਂ ਨੂੰ ਮੈਂ ਜਾਣਿਆ ਨਹੀਂ, ਇਸ ਕਰਕੇ ਮੇਰੇ ਤੇ ਕਿਰਪਾ ਕਰੀ। ਮੈਂ ਤੇਰਾ, ਤੂੰ ਮੇਰੇ ਤੇ ਬਖਸ਼ਿਸ਼ ਕਰ, ਮੈਂ ਤੇਰੇ ਦਰ ਦੇ ਨਾਲ ਜੁੜਿਆ ਰਹਾ। ਆਦ ਜੁਗਾਦ ਦਇਆ ਪਤ ਦਾਤਾ ਤੁਧ ਬਿਨ ਮੁਕਤ ਨ ਪਾਈ। हे ਪ੍ਰਮਾਤਮਾ, ਤੂੰ ਅੱਜ ਦਾ ਨਹੀਂ, ਆਦ ਵਿੱਚ ਵੀ ਤੂੰ ਹੀ ਸੀ, ਜੁਗਾਦ ਵਿੱਚ ਵੀ ਤੂੰ ਹੀ ਸੀ, ਸਦਾ ਤੋਂ ਤੂੰ ਦਿਆਲ ਹੈ। ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਈਏ। ਗੁਰੂ ਹਮੇਸ਼ਾ ਦਿਆਲ ਹੈ। ਪ੍ਰਮਾਤਮਾ ਤੂੰ ਸਦਾ ਤੋਂ ਦਿਆਲ ਹੈ, ਤੇਰੇ ਤੋਂ ਬਿਨਾ ਨਾਨਕ ਨਦਰੀ ਕਰਮੀ ਦਾਤ, ਤੇਰੀ ਬਖਸ਼ਿਸ਼ ਤੋਂ ਬਿਨਾ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ। ਚੌਪਈ ਅਸ ਕੈ ਕਿਰਪਾ ਦ੍ਰਿਸ਼ਟ ਪ੍ਰਭ ਦੇਖੀ, ਭਾਵੋ ਅਪਦਾ ਸਭ ਹਰੀ ਵਿਸੇਖੀ। ਮਹਾਰਾਜ ਨੇ ਉਹਨਾਂ ਦੇ ਘਰ ਇਹ ਸ਼ਬਦ ਉਚਾਰਨ ਕੀਤਾ, ਨਾਲੇ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਦੇ ਘਰ ਵੱਲ ਵੇਖਿਆ। ਜਿੰਨੇ ਵੀ ਉਹਨਾਂ ਦੇ ਦੁੱਖ ਸਨ, ਸੰਸਾਰਿਕ ਰੋਟੀ ਪਾਣੀ ਦਾ ਦੁੱਖ ਸੀ, ਸਾਰਾ ਹੀ ਦੂਰ ਕਰ ਦਿੱਤਾ। ਆਪਣੇ ਅੰਗ ਸੰਗ ਤੇ ਲਾਏ, ਨੌ ਨਿਧ ਦਈ ਸਦਨ ਮਹਿ ਪਾਏ। ਆਪਣੇ ਅੰਗ ਸੰਗ ਉਹਨਾਂ ਨੂੰ ਲਾ ਲਿਆ ਤੇ 9 ਨਿਧੀਆਂ 9 ਖਜ਼ਾਨੇ ਉਹਨਾਂ ਨੂੰ ਦਿੱਤੇ। ਜਿਵੇਂ ਅਸੀਂ ਕਹਿੰਦੇ ਆ, ਗੁਰੂ ਤੇਗ ਬਹਾਦਰ ਸਿਮਰ ਗਿਆ ਧਰ 9 ਨਿਧ ਆਵੈ ਥਾ। ਸਭ ਥਾਈਂ ਹੋਏ ਸਹਾਏ, ਜਿਹੜੇ ਪ੍ਰੇਮ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਯਾਦ ਕਰਦੇ ਨੇ, ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਹਨਾਂ ਦੇ ਘਰਾਂ ਚੋਂ ਦਰਿਦਰਤਾ ਦੂਰ ਕਰ ਦਿੰਦੇ ਨੇ, ਗਰੀਬੀ ਵੀ ਦੂਰ ਕਰਦੇ ਨੇ। 9 ਖਜ਼ਾਨਿਆਂ ਦੀ ਦਾਤ, ਸੋਨਾ ਚਾਂਦੀ ਹੀਰੇ ਜਵਾਹਰਾਤ ਉਹਨਾਂ ਦੇ ਘਰਾਂ ਦੇ ਵਿੱਚ ਮਹਾਰਾਜ ਬਖਸ਼ਦੇ ਨੇ। ਸਭ ਥਾਈਂ ਹੋਏ ਸਹਾਏ, ਜਿੱਥੇ ਜਿੱਥੇ ਵੀ ਉਹਦਾ ਕਾਰਜ ਹੁੰਦਾ ਹੈ, ਉੱਥੇ ਉੱਥੇ ਪਰਮਾਤਮਾ ਸਹਾਈ ਹੁੰਦੇ ਨੇ। ਆਪ ਜੀ ਤੱਕਦੇ ਹੋ, ਮੱਖਣ ਸ਼ਾਹ ਲਵਾਣਾ ਸਿਰਫ ਉਹਦਾ ਪਿਆਰ ਹੀ ਹੈ, ਉਹਦੀ ਸ਼ਰਧਾ ਹੈ। ਕਿੱਥੇ ਲਾਲ ਸਾਗਰਾਂ 'ਚ ਉਹ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦਾ ਹੈ, ਉੱਥੇ ਸਹਾਈ ਹੁੰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਇਆ ਦੇ ਘਰ, ਦਇਆ ਦੇ ਸੋਮੇ, ਸੰਤੋਖ ਦੀ ਮੂਰਤ ਸੱਚੇ ਪਾਤਸ਼ਾਹ, ਜਿੱਥੇ ਕਿੱਥੇ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਆਪਣੇ ਸੇਵਕਾਂ ਦੇ ਕਾਰਜਾਂ ਵਿੱਚ ਸਹਾਈ ਹੁੰਦੇ ਹਨ। ਚਤਰ ਪਦਾਰਥ ਛਿਨ ਮਹਦੀਨੇ, ਜੀਵਨ ਮੁਕਤ ਸੋ ਤੀਨੋਂ ਕੀਨੇ। ਮਹਾਰਾਜ ਜੀ ਨੇ ਖਿਨ ਦੇ ਅੰਦਰ ਹੀ ਉਹਨਾਂ ਨੂੰ ਸਾਰੇ ਦੇ ਸਾਰੇ ਪਦਾਰਥ ਦੇ ਦਿੱਤੇ। ਜਿਵੇਂ ਪੰਡਿਤ ਦੁਰਗਾਦਾਸ ਗੁਰੂ ਅਮਰਦਾਸ ਜੀ ਨੂੰ ਜਦੋਂ ਮਿਲਿਆ, ਮਹਾਰਾਜ ਗੰਗਾ ਤੇ ਇਸ਼ਨਾਨ ਤੇ ਗਏ, ਦੁਰਗਾਦਾਸ ਕਹਿਣ ਲੱਗਿਆ, हे ਸੰਤ ਜੀ, ਤੁਸੀਂ ਕਿਸੇ ਦਿਨ ਜਾਂ ਤੇ ਵੱਡੇ ਰਾਜੇ ਬਣੋਗੇ ਤੇ ਜਾਂ ਕਿਸੇ ਦਿਨ ਤੁਸੀਂ ਵੱਡੇ ਗੁਰੂ ਬਣੋਗੇ।
ਤੇ ਮਹਾਰਾਜ ਕਹਿੰਦੇ ਚੱਲ ਤੇਰੀ ਦਸ਼ਨਾ ਕੀ ਹੈ? ਕਹਿੰਦੇ ਦਸ਼ਨਾ ਹਜੇ ਨਹੀਂ ਮੈਂ ਲਾਣੀ, ਜਿਸ ਦਿਨ ਬਣੋਗੇ ਉਸ ਦਿਨ ਮੈਂ ਲਾਂਗਾ। ਕਹਿੰਦੇ ਅੱਛਾ। ਮਹਾਰਾਜ ਗੁਰੂ ਦੀ ਪਦਵੀ ਤੇ ਬੈਠੇ, ਮਹਾਰਾਜ ਦੇ ਦਰਬਾਰ ਵਿੱਚ ਆਇਆ, ਬੇਨਤੀ ਕਰਦੇ ਮਹਾਰਾਜ ਨੂੰ, ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਪਛਾਣੇ? ਮਹਾਰਾਜ ਕਹਿੰਦੇ ਪਛਾਣਦੇ ਆ। ਕਹਿੰਦੇ ਮੇਰੀ ਦਸ਼ਨਾ। ਮਹਾਰਾਜ ਕਹਿੰਦੇ ਮੰਗ ਕੀ ਮੰਗਦਾ ਹੈ? ਦੁਰਗਾ ਦਾਸ ਕਹਿੰਦਾ ਹੈ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਘਰ 'ਚ ਗਰੀਬੀ ਬੜੀ ਹੈ, ਮੈਨੂੰ ਇੰਨੀ ਸਮਝ ਹੈ ਦੁਨੀਆ ਦੇ ਜਿਹੜੇ ਪਦਾਰਥ ਨੇ ਇਹ ਨਾਲ ਨਹੀਂ ਜਾਂਦੇ, ਪਰ ਘਰ 'ਚ ਗਰੀਬੀ ਬੜੀ ਹੈ, ਰੋਟੀ ਖਾਣ ਨੂੰ ਨਹੀਂ ਹੈ। ਜੇ ਮੈਂ ਤੇਰੇ ਕੋਲੋਂ ਮੁਕਤੀ ਮੰਗ ਲਵਾਂ ਤੇ ਆਹ ਲੋਕ ਤੇ ਦੁਖੀ ਜਾਏਗਾ, ਇਸ ਕਰਕੇ ਜੇ ਕਿਰਪਾ ਦ੍ਰਿਸ਼ਟੀ ਕਰਦੇ ਹੋ ਦੋਵੇਂ ਹੀ ਦੇ ਦਿਓ। ਇਹ ਵੀ ਇਹਨਾਂ ਮਹਾਰਾਜ ਨੇ ਦੋਵੇਂ ਦਿੱਤੇ ਨੇ ਇਹਨਾਂ ਨੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਹਿੰਦੇ ਜਾ ਦੁਰਗਾ ਦਾਸ, ਤੇਰਾ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਇਹਨਾਂ ਦਾ ਪ੍ਰੇਮ ਵੇਖਿਆ, ਇਹਨਾਂ ਦਾ ਪਿਆਰ ਤੱਕਿਆ, ਇਹਨਾਂ ਨੂੰ ਲੋਕ ਦੇ ਵੀ ਸੁੱਖ ਦੇ ਦਿੱਤੇ ਅਤੇ ਪਰਲੋਕ ਦੇ ਵੀ ਸੁੱਖ ਦੇ ਦਿੱਤੇ ਹਨ। ਇਸ ਪ੍ਰਕਾਰ ਕਰ ਤਿਨੇ ਨਿਹਾਲਾ, ਬਹੁਰੋ ਗਮਨੇ ਪ੍ਰਭੂ ਕਿਰਪਾਲਾ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਿਹਾਲ ਕਰਕੇ ਮਹਾਰਾਜ ਜੀ ਉਸ ਪਿੰਡ ਦੇ ਵਿੱਚੋਂ ਅੱਗੇ ਕਿਸੇ ਸਿੱਖ ਦੇ ਘਰ ਜਾ ਰਹੇ ਹਨ। ਅਪਰ ਗ੍ਰਾਮ ਮੈਂ ਬੈਠੇ ਜਾਈ, ਕੂਤੋ ਸਿੱਖ ਇੱਕ ਤਹਾਂ ਬਸਾਈ। ਉਸ ਤੋਂ ਬਾਅਦ ਮਹਾਰਾਜ ਜੀ ਮਨਜੀਤ ਸਿੰਘ, ਉਸ ਤੋਂ ਬਾਅਦ ਮਹਾਰਾਜ ਜੀ ਤੁਰੇ ਹਨ, ਇੱਕ ਦੂਜੇ ਪਿੰਡ ਦੇ ਅੰਦਰ ਚਲੇ ਗਏ ਹਨ। ਜਾਏ ਜੋ ਸੰਤ ਤਾਹੇ ਘਰ ਕੋਈ, ਜਾਏ ਜੋ ਸੰਤ ਤਾਹੇ ਘਰ ਕੋਈ, ਹਿਤ ਧਰ ਸੇਵਾ ਕਰ ਹੈ ਸੋਈ। ਕਹਿੰਦੇ ਐਸਾ ਤਰੀਕਾ ਸੀ, ਉਹ ਸਿੱਖ ਜਿਹੜਾ ਵੀ ਉਹਦੇ ਘਰ ਦੇ ਵਿੱਚ ਕੋਈ ਸੰਤ ਸਾਧੂ ਜਾਇਆ ਕਰਦਾ ਸੀ, ਉਹ ਉਸ ਨੂੰ ਲੰਗਰ ਛਕਾਇਆ ਕਰਦਾ ਸੀ। ਪੁੰਨ ਸੋ ਕਰ ਹੈ ਪ੍ਰਸੰਨ ਬਨਾਈ, ਸਾਧ ਮਿਲੇ ਫਲ ਦੇਹੁ ਬਤਾਈ। ਉਹ ਗੁਰੂ ਸਾਹਿਬ ਜੀ ਨੂੰ ਇੱਕ ਸਵਾਲ ਪੁੱਛਦਾ ਹੈ, ਕਹਿੰਦੇ ਮਹਾਰਾਜ ਜੀ ਜਿਹੜੇ ਸੰਤ ਸਾਧੂ ਹੁੰਦੇ ਨੇ, ਪਰਮਾਤਮਾ ਦੇ ਪਿਆਰੇ ਹੁੰਦੇ ਨੇ, ਉਹਨਾਂ ਦੀ ਸੇਵਾ ਕਰਨ ਦਾ ਕੀ ਫਲ ਮਿਲਦਾ ਹੈ? ਤਿਸ ਕੀ ਮਨਸਾ ਪੂਰਨ ਕਾਜਾ, ਗਮਨੇ ਸਦਨ ਗਰੀਬ ਨਿਵਾਜਾ। ਉਹਦੀ ਮਨਸਾ ਪੂਰਨ ਕਰਨ ਦੇ ਲਈ ਗਰੀਬਾਂ ਨੂੰ ਨਿਵਾਜਣ ਵਾਲੇ ਸੱਚੇ ਪਾਤਸ਼ਾਹ ਉਹਦੇ ਘਰ ਦੇ ਵਿੱਚ ਚਲੇ ਗਏ ਹਨ। ਸਾਦਰ ਬੰਦੇ ਪਦ ਅਰਬਿੰਦਾ, ਬੈਠਾਰੇ ਕਰ ਹਿਰਦੇ ਆਨੰਦਾ। ਉਸ ਨੇ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਆਦਰ ਸਹਿਤ ਮਹਾਰਾਜ ਜੀ ਦੇ ਆਪਣੇ ਘਰ ਵਿੱਚ ਲੈ ਗਿਆ। ਚਰਨਾ ਕਮਲਾ ਤੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਘਰ ਦੇ ਵਿੱਚ ਬਿਠਾਇਆ ਹੈ। ਅਧਿਕ ਭਾਉ ਸੋ ਸੇਵਾ ਕੀਨੀ, ਪ੍ਰੇਮ ਭਗਤ ਮਹਿ ਮਤ ਜਿਹ ਭੀਨੀ। ਬੜੇ ਪ੍ਰੇਮ ਦੇ ਨਾਲ, ਬੜੇ ਪਿਆਰ ਦੇ ਨਾਲ ਉਸ ਨੇ ਸੇਵਾ ਕੀਤੀ ਹੈ, ਕਿਉਂਕਿ ਉਹਦੀ ਜਿਹੜੀ ਮਤ ਹੈ ਉਹ ਪ੍ਰੇਮ ਦੇ ਵਿੱਚ ਭਿੱਜੀ ਹੋਈ ਹੈ। ਗੁਣ ਬੂਝਣ ਲਾਗਿਓ ਤਿਸ ਭਾਏ, ਸਾਧ ਮਿਲੇ ਫਲ ਦੇਹੁ ਬਤਾਏ। ਫਿਰ ਗੁਰੂ ਜੀ ਨੂੰ ਪੁੱਛਦਾ ਮਹਾਰਾਜ ਜੀ, ਮੈਨੂੰ ਫੇਰ ਦੱਸੋ, ਜੇ ਕੋਈ ਸਾਧੂ ਮਿਲੇ ਤੇ ਉਹਦਾ ਕੀ ਫਲ ਹੁੰਦਾ? ਸਾਧੂ ਮਿਲਣ ਦਾ, ਜੇ ਕੋਈ ਪੂਰਨ ਸਾਧੂ ਮਿਲ ਪਏ, ਨਾਮ ਜਪਣ ਵਾਲਾ ਸਿੱਖ ਮਿਲੇ, ਉਹਦੀ ਸੇਵਾ ਦਾ ਕੀ ਫਲ ਹੁੰਦਾ ਹੈ? ਬਹੁਤ ਸੰਗ ਪ੍ਰਸ਼ਨ ਮੈਂ ਕੀਨੋ, ਮੋਕੋ ਕਿਨਹੂ ਨਾ ਉੱਤਰ ਤਿਨੋ। ਮਹਾਰਾਜ ਬੜੇ ਲੋਕ ਮੇਰੇ ਘਰ ਦੇ ਵਿੱਚ ਆਏ, ਬੜਿਆਂ ਨੂੰ ਮੈਂ ਪ੍ਰਸ਼ਨ ਕੀਤਾ, ਕਿਉਂਕਿ ਸਾਧੂ ਸਾਰੇ ਨਹੀਂ ਹੁੰਦੇ। ਬਾਣੀ ਕਹਿੰਦੀ ਹੈ, ਕੋਟਨ ਮੈਂ ਕਉ ਨਾਨਕ ਨਾਰਾਇਣ ਦੇਖੀ। ਕੋਈ ਐਸਾ ਨਰ ਜਿਹੜਾ ਬੜੇ ਭਾਵ ਦੇ ਨਾਲ ਦਸਮ ਦਵਾਰ ਦੀਆਂ ਗਹਿਰਾਈਆਂ ਦੇ ਵਿੱਚ ਪਹੁੰਚ ਗਿਆ, ਕੋਈ ਵਿਰਲਾ ਹੀ ਹੁੰਦਾ ਹੈ। ਹਰੇਕ ਮਨੁੱਖ ਦੇ ਐਸੇ ਭਾਗ ਨਹੀਂ ਹੁੰਦੇ। ਭਾਗ ਤੇ ਹੁੰਦੇ ਨੇ ਜੇ ਕੋਈ ਮਨੁੱਖ ਜਪ ਕਰੇ। ਜਿੰਨਾ ਜਿੰਨਾ ਮਨੁੱਖ ਦਾ ਜਪ ਵੱਧਦਾ ਜਾਂਦਾ ਹੈ, ਉਦੋਂ ਹੀ ਜਾ ਕੇ ਉਹਦਾ ਮੁਕਤੀ ਹੁੰਦੀ ਹੈ। ਇਹ ਗੱਲ ਯਾਦ ਰੱਖਣਾ, ਜਦੋਂ ਤਾਈਂ
ਸੰਤ ਦੀ ਉਪਾਧੀ ਜਿੰਨੇ ਵੀ ਜੀਵ ਆਪਾਂ ਇਹ ਧਰਤੀ ਤੇ ਆਏ ਆ, ਜਦੋਂ ਤਾਈਂ ਸਾਧ ਵਾਲੇ ਲੱਛਣ, ਸੰਤਾਂ ਵਾਲੇ ਲੱਛਣ ਸਾਡੇ ਵਿੱਚ ਨਹੀਂ ਆਉਣਗੇ, ਇਹ ਜੀਵ ਆਤਮਾ ਵਿੱਚ ਨਹੀਂ ਆਉਣਗੇ, ਉਦੋਂ ਤਾਈਂ ਛੁਟਕਾਰਾ ਨਹੀਂ ਹੋਣਾ। ਦੁਬਾਰਾ ਫਿਰ ਆਉਣਾ ਪਏਗਾ। ਦੁਬਾਰਾ ਕਿਉਂ ਆਉਣਾ ਪੈਂਦਾ ਮਨੁੱਖ ਨੂੰ? ਸਿਰਫ ਇਹਦੀ ਜੀਵ ਆਤਮਾ ਛੁਟਕਾਰਾ ਹੋ ਜਾਏ। ਤੇ ਇਹਦੀ ਜਿਹੜੀ ਜੀਵ ਆਤਮਾ ਦਾ ਛੁਟਕਾਰਾ ਉਸੇ ਦਿਨ ਹੋਣਾ ਹੈ ਜਿਸ ਦਿਨ ਇਹਦੇ ਅੰਦਰ ਸਤ, ਸੰਤੋਖ, ਦਇਆ, ਧਰਮ ਆ ਜਾਏਗਾ। ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਇਹ ਆਉਂਦਾ ਰਹੇਗਾ, ਜਾਂਦਾ ਰਹੇਗਾ, ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਦੋਹਰਾ ਕਹਿ ਬਨਾਏ ਅਨੇਕ ਵਿਦ, ਮੇਰੀ ਨਿਸ਼ਾ ਨਾ ਹੋਏ। ਮਹਾਰਾਜ ਜੀ ਬੜੇ ਲੋਕਾਂ ਨੇ ਉੱਤਰ ਤੇ ਮੈਨੂੰ ਦਿੱਤੇ ਨੇ, ਪਰ ਮੇਰੀ ਨਿਸ਼ਾ ਨਹੀਂ ਹੋਈ, ਮੇਰਾ ਨਿਸ਼ਚਾ ਨਹੀਂ ਉਹਨਾਂ ਦੇ ਉੱਤਰ ਤੇ ਵੱਜਿਆ। ਪੂਰਨ ਸਤਿਗੁਰ ਆਪ ਹੋ, ਉੱਤਰ ਦੀਜੈ ਸੋਏ। ਮਹਾਰਾਜ ਜੀ ਤੁਸੀਂ ਪੂਰਨ ਸਤਿਗੁਰੂ ਹੋ, ਮੈਨੂੰ ਪਤਾ ਹੈ ਤੁਹਾਡੇ ਕੋਲ ਸਾਰੇ ਪਦਾਰਥ ਨੇ, ਇਸ ਕਰਕੇ ਮੈਨੂੰ ਉੱਤਰ ਦੇਵੋ, ਮੇਰਾ ਜਨਮ ਮਰਨ ਕੱਟਿਆ ਜਾਏ। ਚੌਪਈ ਕਰਨਾ ਨਿਤ ਇਉ ਬਚਨ ਉਚਾਰਾ, ਜਾਵੋ ਬੜੀ ਉਜਾਰ ਮਜਾਰਾ। ਮਹਾਰਾਜ ਜੀ ਉਹਨੂੰ ਕਹਿੰਦੇ ਨੇ, ਜਾ ਭਾਈ, ਵੱਡਾ ਜੰਗਲ ਹੈ, ਉਜਾੜ ਹੈ, ਤੂੰ ਉਹਦੇ ਵਿੱਚ ਚਲਾ ਜਾ। ਤਹਾਂ ਸਰੋਵਰ ਏਕ ਸੁਹਾਏ, ਵਾਹਿਗੁਰੂ ਕਹਿ ਬੈਠਿਓ ਜਾਏ। ਜਦੋਂ ਤੂੰ ਉਹ ਉਜਾੜ ਦੇ ਵਿੱਚ ਜਾਏਗਾ, ਉੱਥੇ ਇੱਕ ਬੜਾ ਵੱਡਾ ਦਰਖਤ ਹੈ, ਉਹ ਦਰਖਤ ਦੇ ਥੱਲੇ ਬੈਠ ਜਾਈਂ। ਬਹਿਣ ਤੋਂ ਪਹਿਲਾਂ ਇੱਕ ਵਾਰੀ ਵਾਹਿਗੁਰੂ ਦਾ ਉਚਾਰਨ ਕਰੀਂ। ਇਹ ਤੇ ਨਿਸ਼ਾ ਹੋਏ ਹੈ ਤੇਰੀ, ਸੁਣ ਕੇ ਗਇਓ ਉਜਾਰ ਸੁਹੇਰੀ। ਮਹਾਰਾਜ ਜੀ ਨੇ ਉਸ ਨੂੰ ਕਿਹਾ, ਉਹ ਗੁਰੂ ਜੀ ਤੋਂ ਗੱਲ ਸੁਣ ਕੇ ਜੰਗਲ ਦੇ ਵਿੱਚ ਚਲਾ ਗਿਆ। ਪਾਇਓ ਬਿਰਖ ਬਤਾਰੋ ਜਿਹੇਵਾ, ਵਾਹਿਗੁਰੂ ਕਹਿ ਬੈਠਿਓ ਤਹੇਵਾ। ਮਹਾਰਾਜ ਜੀ ਨੇ ਜਿਹੜਾ ਰੁੱਖ ਦੱਸਿਆ ਸੀ, ਉਹ ਰੁੱਖ ਦੇ ਥੱਲੇ ਜਾ ਕੇ ਬੈਠ ਗਿਆ ਅਤੇ ਵਾਹਿਗੁਰੂ ਬੋਲ ਕੇ ਉੱਥੇ ਬੈਠ ਗਿਆ ਹੈ। ਤਰ ਪਰ ਦੇਖੈ ਬਾਇਸ ਦੋ, ਦਰਸ਼ਨ ਕਰ ਇਸ ਭੇਖ ਬਖਸ਼ੋ। ਕਹਿੰਦੇ ਉੱਥੇ ਉਹ ਜਿਹੜੇ ਰੁੱਖ ਦੇ ਥੱਲੇ ਜਾ ਕੇ ਬੈਠਾ, ਉਹਦੇ ਉੱਤੇ ਦੋ ਕਾਂ ਬੈਠੇ ਸੀ। ਉਹ ਕਾਵਾਂ ਨੇ ਜਦੋਂ ਉਹਦਾ ਦਰਸ਼ਨ ਕੀਤਾ ਤੇ ਉਹ ਦੋਵੇਂ ਦੇ ਦੋਵੇਂ ਬਗਲੇ ਬਣ ਗਏ। ਕੇਤਕ ਬੈਰ ਬੈਠਿਓ ਹਟ ਆਇਓ, ਸ੍ਰੀ ਗੁਰੂ ਸੋ ਅਸ ਬੈਨ ਅਲਾਇਓ। ਵਾਵਾ ਦੇਰ ਉੱਥੇ ਬੈਠਾ ਰਿਹਾ, ਬੈਠ ਕੇ ਫਿਰ ਗੁਰੂ ਜੀ ਦੇ ਕੋਲ ਆਇਆ ਤੇ ਗੁਰੂ ਜੀ ਨੂੰ ਆ ਕੇ ਬਚਨ ਕਹਿੰਦਾ ਹੈ, ਜਹਾਂ ਤੁਮ ਭੇਜਿਓ ਤਹਾਂ ਸਿਧਾਇਓ, ਕੋਈ ਨਾ ਮਿਲਿਓ ਨਾ ਉੱਤਰ ਪਾਇਓ। ਮਹਾਰਾਜ ਜਿੱਥੇ ਤੁਸੀਂ ਭੇਜਿਆ ਸੀ ਮੈਂ ਉੱਥੇ ਗਿਆ, ਉੱਥੇ ਤੇ ਕੋਈ ਵੀ ਨਹੀਂ ਆਇਆ ਤੇ ਨਾ ਹੀ ਮੈਨੂੰ ਮੇਰੇ ਸਵਾਲ ਦਾ ਉੱਤਰ ਮਿਲਿਆ ਹੈ। ਪ੍ਰਭ ਭਾਖਿਓ ਪ੍ਰਭਾਤ ਬਹੋਰੀ, ਉੱਤਰ ਲਿਓ ਜਾਹੇ ਤਿਸ ਠੋਰੀ। ਮਹਾਰਾਜ ਕਹਿੰਦੇ ਐਸੇ ਕਰੀ, ਤੂੰ ਸਵੇਰੇ ਫਿਰ ਜਾਈਂ, ਤੈਨੂੰ ਸਵੇਰੇ ਸਾਧੂ ਦੇ ਮਿਲਣ ਦਾ ਕੀ ਫਲ ਹੈ, ਤੈਨੂੰ ਉੱਤਰ ਮਿਲ ਜਾਏਗਾ। ਆਇਸ ਪਾਏ ਗਇਓ ਤੇ ਕਾਲਾ, ਬਕ ਦਰਸ਼ਨ ਕਰ ਭਏ ਮਰਾਲਾ। ਕਹਿੰਦੇ ਉਹ ਜਦੋਂ ਸਵੇਰੇ ਫਿਰ ਗਿਆ, ਉਹ ਬਗਲਿਆਂ ਨੇ ਉੱਥੇ ਬੈਠਾ, ਬਗਲੇ ਉੱਤੇ ਹੀ ਬੈਠੇ ਸੀ, ਉਹਦੇ ਦਰਸ਼ਨ ਕੀਤੇ। ਜਿਹੜੇ ਉਹ ਬਗਲੇ ਸੀ ਉਹ ਹੰਸ ਬਣ ਗਏ। ਦੇਖ ਤਹਾਂ ਫਟ ਕਰ ਪੁੰਨ ਪਾਵਾ, ਬੈਠ ਸਮੀਪ ਫਿਰ ਤੰਤ ਸੁਣਾਵਾ। ਉੱਥੋਂ ਫੇਰ ਆ ਗਿਆ ਤੇ ਮਹਾਰਾਜ ਜੀ ਨੂੰ ਆ ਕੇ ਸਾਰੀ ਗੱਲਬਾਤ ਸੁਣਾ ਰਿਹਾ ਹੈ। ਪੂਰਬ ਦਿਨ ਬਾਇਸ ਬਕ ਹੋਏ, ਆਜ ਮਰਾਲ ਪਿਖੈ ਮੈਂ ਦੋਏ। ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਪਿਛਲੀ ਵਾਰੀ ਮੈਂ ਗਿਆ ਸੀ ਤੇ ਉਹ ਕਾਂ ਬਗਲੇ ਬਣ ਗਏ ਸੀ, ਅੱਜ ਸਵੇਰੇ ਗਿਆ, ਉਹ ਜਿਹੜੇ ਬਗਲੇ ਸੀ ਅੱਜ ਉਹਨਾਂ ਨੇ ਮੈਨੂੰ ਵੇਖਿਆ, ਉਹ ਹੰਸ ਬਣ ਗਏ ਹਨ। ਕਿਨ ਉੱਤਰ ਤੇ ਨਿਸ਼ਾ ਨਾ ਕੀਨੀ, ਸੰਸੇ ਮਹਿ ਮਮ ਮਤ ਹਰ ਭੀਨੀ। ਮਹਾਰਾਜ ਜੀ ਹਜੇ ਤੇ ਮੇਰਾ ਸੰਸਾ ਨਹੀਂ ਅੰਦਰੋਂ ਗਿਆ, ਇਹ ਸਾਰਾ ਵਿਰਤੰਤ ਤੇ ਮੈਂ ਵੇਖ ਲਿਆ, ਪਰ ਮੇਰਾ ਉੱਤਰ ਹਜੇ ਤੇ ਮੈਨੂੰ ਨਹੀਂ ਮਿਲਿਆ। ਸੁਨ ਕਰ ਸ੍ਰੀ ਗੁਰ ਗਿਰਾ ਅਲਾਈ, ਪੁਨ ਇਸ ਬਾਰ ਜਾਹੋ ਤੇ ਖਾਈ। ਮਹਾਰਾਜ ਕਹਿੰਦੇ ਚੱਲ ਐਵੇਂ ਕਰ, ਐਤਕੀ ਫਿਰ ਤੂੰ ਉੱਥੇ ਚਲਾ ਜਾ। ਉੱਤਰ ਪਾਏ ਜਾਏ ਤਬ ਸੰਸਾ, ਜਹਾਂ ਬਿਰਾਜਤ ਹੈ ਸੇ ਹੰਸਾ।
ਮਹਾਰਾਜ ਕਹਿੰਦੇ ਉਸੇ ਜੰਗਲ ਦੇ ਵਿੱਚ ਜਾ, ਉਸੇ ਰੁੱਖ ਥੱਲੇ ਜਾ ਜਿੱਥੇ ਹੰਸ ਬੈਠੇ ਹੋਏ ਹਨ। ਗਮਨਿਓ ਉਠ ਪ੍ਰਭਾਤ ਬਹੋਰੀ, ਹੰਸਨ ਦੇਖਿਓ ਜਬ ਇਸ ਔਰੀ। ਕਹਿੰਦੇ ਜਦੋਂ ਉੱਠ ਕੇ ਸਵੇਰੇ ਗਿਆ, ਉਹਨਾਂ ਹੰਸਾਂ ਨੇ ਇਹਨੂੰ ਵੇਖਿਆ। ਵੇਖਣ ਦੇ ਨਾਲ ਹੀ ਉਹਨਾਂ ਨਾਲ ਕੀ ਵਾਪਰਿਆ ਹੈ। ਸੋ ਮਾਨੁਖ ਤਨ ਪੂਰਨ ਹੋਏ, ਬੈਠੇ ਤਰਵਰ ਕੇ ਤਰ ਦੋਏ। ਜਦੋਂ ਇਹਨੂੰ ਦੇਖਿਆ, ਉਹ ਦੋਵੇਂ ਦੇ ਦੋਵੇਂ ਹੰਸ ਮਨੁੱਖ ਬਣ ਗਏ ਤੇ ਮਨੁੱਖ ਬਣ ਕੇ ਆ ਕੇ ਉਹ ਦਰਖਤ ਦੇ ਥੱਲੇ ਬੈਠੇ ਹਨ। ਜਾਏ ਨਿਕਟ ਕਹਿ ਪੈਰੀ ਪਾਨਾ, ਬੈਠਿਓ ਤੇ ਸੋ ਬਚਨ ਬਖਾਨਾ। ਉਹ ਜਾਂਦਿਆਂ ਨੂੰ ਦੋਵੇਂ ਦੇ ਦੋਵੇਂ ਮਨੁੱਖ ਉਹਦੇ ਪੈਰੀ ਪਏ ਹਨ ਤੇ ਉਹਨਾਂ ਨੇ ਵਚਨ ਅਲਾਇਆ ਹੈ। ਸਾਧ ਮਿਲੇ ਕੋ ਫਲ ਕਿਆ ਹੋਈ, ਮੋਹਿ ਬਤਾਏ ਦੀਜੀਐ ਸੋਈ। ਇਹ ਜਾ ਕੇ ਉਹਨਾਂ ਦੇ ਪੈਰੀ ਪੈ ਗਿਆ। ਉਹਨਾਂ ਨੂੰ ਕਹਿੰਦਾ ਹੈ, ਮੇਰਾ ਸਵਾਲ ਹੈ, ਸਾਧ ਮਿਲਣ ਦਾ ਕੀ ਫਲ ਹੈ? ਜੇ ਕੋਈ ਪੂਰਨ ਸਾਧੂ ਹੈ, ਉਹਦੇ ਮਿਲਣ ਦਾ ਕੀ ਫਲ ਹੁੰਦਾ ਹੈ? ਸੁਨਤ ਸਰੋਨ ਤਿਨ ਬਚਨ ਉਚਾਰੇ, ਅਬ ਲਉ ਮਨ ਨਹਿ ਨਿਸ਼ਾ ਤੁਮਾਰੇ। ਉਹ ਕਹਿਣ ਲੱਗੇ, ਤੈਨੂੰ ਹਜੇ ਤਾਈਂ ਪਤਾ ਨਹੀਂ ਲੱਗਿਆ, ਏਡੀ ਵੱਡੀ ਕਹਾਣੀ ਤੇਰੇ ਸਾਹਮਣੇ ਵਾਪਰ ਗਈ ਹੈ, ਤੈਨੂੰ ਹਜੇ ਤਾਈਂ ਪਤਾ ਨਹੀਂ ਲੱਗਿਆ ਸੰਤ ਮਿਲਣ ਦੇ ਕੀ ਫਲ ਹੁੰਦੇ ਹਨ। ਪੂਰਬ ਬਾਇਸ ਦੇਹ ਹਮਾਰਾ, ਬਕ ਹੋਏ ਤਬ ਦਰਸ ਨਿਹਾਰਾ। ਅਸੀਂ ਕਾਂ ਸੀ, ਤੇਰੇ ਦਰਸ਼ਨ ਕਰਕੇ ਅਸੀਂ ਬਗਲੇ ਬਣ ਗਏ ਹਾਂ। ਤੁਮ ਕਰੁਣਾ ਪੁਨ ਭਏ ਮਰਾਲਾ, ਦੇ ਦਰਸ ਤੁਮ ਕਰੇ ਨਿਹਾਲਾ। ਫਿਰ ਤੂੰ ਕਰਨਾ ਕੀਤੀ ਹੈ, ਦੁਬਾਰਾ ਆਇਆ, ਅਸੀਂ ਹੰਸ ਬਣ ਗਏ ਹਾਂ। ਪੁਨ ਆਇਓ ਹੋਏ ਨਰ ਨਾਰੀ, ਸਾਧ ਮਿਲੇ ਫਲ ਲਿਓ ਉਬਾ ਵਿਚਾਰੀ। ਕਹਿੰਦੇ ਫਿਰ ਆਇਆ, ਅਸੀਂ ਮਨੁੱਖ ਬਣ ਗਏ ਹਾਂ। ਇਹ ਹੈ ਸਾਧ ਮਿਲਣ ਦਾ ਫਲ। ਕਹਿੰਦੇ ਅਸਲ ਦੇ ਵਿੱਚ ਫਲ ਇਹ ਹੈ, ਜਿਹਦੀ ਬੁੱਧੀ ਮਲੀਨ ਹੁੰਦੀ ਹੈ, ਬੜੀ ਦਰਿਦਰਤਾ ਉਹਦੇ ਘਰ ਦੇ ਵਿੱਚ ਹੋਏ, ਜ਼ਿੰਦਗੀ ਦੇ ਵਿੱਚ ਕਈ ਦੁੱਖਾਂ ਨਾਲ ਜਕੜਿਆ ਹੋਏ, ਜੇ ਕੋਈ ਨਾਮ ਜਪਣ ਵਾਲੀ ਰੂਹ ਹੋਏ, ਉਹਦੇ ਦਰਸ਼ਨ ਕਰਦਿਆਂ ਹੀ ਜਿਹੜੇ ਦੁੱਖ ਰੋਗ ਨੇ ਉਹ ਦੂਰ ਹੋ ਜਾਂਦੇ ਨੇ। ਇਹ ਪੂਰਨ ਸਾਧੂ ਦੇ ਲੱਛਣ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਵੀ ਨੇ। ਮਹਾਰਾਜ ਜੀ ਨੇ ਉਹਨੂੰ ਇਹ ਦੱਸਣਾ ਚਾਹਿਆ ਹੈ ਤੇ ਕਰੋੜਾਂ ਵਿੱਚ ਇੱਕ, ਜੇ ਉਹ ਕਿਤੇ ਮਿਲ ਜਾਏ, ਉਹ ਐਵੇਂ ਨਹੀਂ ਵੀ ਜ਼ਰੂਰੀ ਹੈ ਕਿਤੇ ਗੁਰਦੁਆਰੇ ਵਿੱਚ ਹੀ ਹੋਏਗਾ, ਨਾ, ਹੋ ਸਕਦਾ ਆਪਣੇ ਘਰ ਵਿੱਚ ਹੀ ਗ੍ਰਸਤੀ ਹੋਈ ਹੋਏ। ਗ੍ਰਸਤੀ ਕਿਹੜਾ ਸਾਧੂ ਨਹੀਂ ਹੋ ਸਕਦਾ, ਗ੍ਰਸਤੀ ਕਿਹੜਾ ਸੰਤ ਨਹੀਂ ਹੋ ਸਕਦਾ। ਕੀ ਪਤਾ ਆਪਣੇ ਘਰ ਦੇ ਵਿੱਚ ਵਾਹੀ ਕਰਦਾ ਹੋਏ, ਪਤਾ ਨਹੀਂ ਕਿੱਡਾ ਵੱਡਾ ਸੰਤ ਹੋਏਗਾ। ਇਸ ਕਰਕੇ ਮਹਾਰਾਜ ਜੀ ਉਹਨੂੰ ਸਮਝਾ ਰਹੇ ਨੇ, ਭਾਈ ਏਡਾ ਵੱਡਾ ਲੱਛਣ ਹੈ ਸਾਧ ਦੇ ਮਿਲਣ ਦਾ। ਕਾਮ ਮਨੁੱਖ ਬਣ ਸਕਦੇ ਨੇ ਸੰਤ ਦੇ ਦਰਸ਼ਨ ਕੀਤਿਆਂ। ਕਾਮਾਂ ਦੀ ਜ਼ਿੰਦਗੀ ਬਦਲ ਸਕਦੀ ਹੈ, ਮਨੁੱਖ ਬਣ ਸਕਦੇ ਨੇ, ਮਲੀਨ ਬੁੱਧੀ ਵਾਲੇ ਚੰਗੀ ਬੁੱਧੀ ਵਾਲੇ ਹੋ ਸਕਦੇ ਨੇ। ਬਾਣੀ ਦੇ ਵਿੱਚ ਆਉਂਦਾ ਵੀ ਹੈ, ਕਹਿੰਦੇ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ, ਕਹਿੰਦੇ ਐਸਾ ਹੁੰਦਾ ਹੈ ਜਿੱਥੇ ਸਾਧ ਬੈਠਾ ਹੋਏ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋਗਰਾਮ। ਜਿੱਥੇ ਉਹ ਵਸਦਾ ਹੋਏਗਾ, ਉਹਦੇ ਦੇਹ ਦੀ ਕੀ ਗੱਲ ਹੈ, ਜਿੱਥੇ ਉਹ ਰਹਿੰਦਾ ਹੋਏਗਾ, ਉਹਦੇ ਨਾਲ ਰਹਿਣ ਵਾਲੇ ਵੀ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਹਨ। ਧੰਨ ਧੰਨ ਹੈ ਸਤਿਗੁਰ ਤੇਰੇ, ਹੋਏ ਪਤਿਤ ਪਾਵਨ ਜਿਨ ਹੇਰੇ। ਉਹ ਕਹਿਣ ਲੱਗੇ, ਤੇਰੇ ਦਰਸ਼ਨ, ਤੂੰ ਬੜਾ ਵੱਡਾ ਸੰਤ ਹੈ, ਆਏ ਗਿਆ ਨੂੰ ਲੰਗਰ ਛਕਾਉਣਾ ਹੈ, ਤੇਰੀ ਬੜੀ ਵੱਡੀ ਭਗਤੀ ਹੈ, ਭਾਵੇਂ ਤੂੰ ਆਪਣੇ ਘਰ ਵਿੱਚ ਹੀ ਰਹਿਣਾ ਹੈ, ਤੇਰੇ ਦਰਸ਼ਨ ਕਰਕੇ ਅਸੀਂ ਕਾਂ ਤੋਂ ਮਨੁੱਖ ਬਣ ਗਏ ਹਾਂ। ਤਿਨ ਕੋ ਦਰਸ਼ਨ ਹਮੇ ਕਰਾਵੋ, ਮਹਾ ਮੋਹ ਕੋ ਭਰਮ ਮਿਟਾਵੋ। ਇਸ ਕਰਕੇ ਹੁਣ ਤੂੰ ਸਾਡੇ ਤੇ ਕਿਰਪਾ ਕਰ, ਸਾਨੂੰ ਉਹਦੇ ਦਰਸ਼ਨ ਕਰਾ ਜਿਹਨੇ ਤੈਨੂੰ ਇੱਥੇ ਭੇਜਿਆ ਹੈ। ਦੋਹਰਾ ਹਰਕਤ ਹੋਵੇ ਤਿਨ ਸੰਗ ਲੈ, ਚੱਲ ਆਏ ਗੁਰ ਪਾਸ। ਬੜਾ ਖੁਸ਼ ਹੋਇਆ ਆਪਣਾ ਉੱਤਰ ਲੈ ਕੇ ਤੇ ਤੁਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਏ ਹਨ। ਹੋਏ ਅਧੀਨ ਬੰਧਨ ਕਰੈ, ਕੱਟੀ ਮੋਹ ਕੀ ਫਾਸ। ਆ ਕੇ ਮਹਾਰਾਜ ਜੀ ਦੇ ਅੱਗੇ ਮੱਥਾ ਟੇਕਦਾ ਹੈ ਤੇ ਉਹਦੇ ਅੰਦਰ ਮੋਹ ਦੀਆਂ ਜਿਹੜੀਆਂ ਫਾਂਸਾਂ ਨੇ, ਜਿਹੜੇ ਮੋਹ ਦੇ ਬੰਧਨ, ਉਹ ਕੱਟੇ ਗਏ ਹਨ। ਜੋ ਪਈ ਸ਼੍ਰੀ ਗੁਰ ਭਨਿਓ ਨਿਸ਼ਾ ਤਵ ਹੋਈ, ਕੀਨ ਬਿਨੈ ਬੰਦੇ ਕਰ ਦੋਈ। ਗੁਰੂ ਜੀ ਨੇ ਕਿਹਾ ਹੁਣ ਤੇਰੀ ਨਿਸ਼ਾ ਹੋ ਗਈ ਹੈ,
तेरा भरोसा बच गया है कि तेनू अपने सवाल का उत्तर मिल गया है कि नहीं। करता पुरख बिलै जब आए, क्यों ना निशा हो वह मन भाए। अगे कहता है गुरु जी जदों रब आप आके मिल जाए फिर सवालों की कमी रह सकती है। ये सच्चे पातशाह जदों करता पुरख आप सवालों के जवाब देन आ जाए फिर दुनिया ते ऐसा केड़ा मनुख है जिन्हों सवालों का जवाब नहीं मिलेगा। सुन के प्रभ कृपाल ते काला, बोले बचन प्रसीद विसाला। कहते महाराज जी बड़े खुश हो के ओदी गल सुन के खुश होए, हस के महाराज जी बचन कहते हैं। जन्म मरण के बंधन तेरे, संत सेव नासे एक बेरे। महाराज कहते तेरे भी जन्म मरण के बंधन कट्टे गए ने, क्यों तू संतां दे दर्शन कर लए हन। परालपत सो भोगन भोग, बहुरो प्राप्त हवै हर लोग। महाराज जी कहते ने हुण अपनी जेड़े तेरे पिछले कर्म ने उन्होंने तो तेनू भोगना पैना। प्रालब्ध जिन्ने क दाने असी पिछे इकट्ठे किए ने प्रालब्ध बनी हुई है वो सानू इत्थे मिल रही है। जिन्ने भी ये दुनिया के जीव तुरे फिर रहे ने ये की खा रहे ने, अपनी प्रालब्ध खा रहे ने, होर कुछ नहीं। जिन्नी जिन्नी किसी की प्रालब्ध महान है उड्डी उड्डी उन्होंने चीज़ रब ने दिती हुई है। कई बार ऐसा होंदा है जप तप घटदा रहिंदा है, प्रालब्ध थल्ले डिग जांदे, ऐसा भी होंदा है। मनुख दे कर्म थल्ले डिग जाते हैं, प्रालब्ध थल्ले डिग जाती है, फिर वो कम बिगड़ने शुरू हो जाते। क्यों? रब की भजन बंदगी दान पुण्य जदों घट जाए उदों प्रालब्ध कमज़ोर हो जाती है। प्रालब्ध की है? पिछले कर्म, अज तो पहला कल जेड़े कर्म कीते ने या पिछले जन्मां विच कीते ने, वो प्रालब्ध है। ताई महाराज जी कहते ने संपै को ईसर ध्याईऐ, संपै पुरब लिखे की पाईऐ। असल दे विच प्रालब्ध पिछली है, एक हुंदा जे गुरु किरपा की दृष्टि करे प्रालब्धा जिन्ने भी माड़े उगणे एक सैकेंड भी तोड़ सकता है। ये करुणा दृष्टि है गुरु की, ये परमेश्वर की करुणा है। जी उसकी मर्जी होए अपनी मौज में आया हो कुछ भी कर सकता है। जिमें मैं आप जी ने कई बार सुनाई है साखी, वो बीबी नूं गुरु हरगोबिंद साहब ने कहा सी तेरे कर्मां विच पुत्र नहीं है, तेरी प्रालब्ध नहीं है। वो किसी सिख ने कह दिता बीबी जा गुरु नूं कह प्रालब्ध लिखण वाला भी तो गुरु ही है। वो बीबी ने जाके कहा महाराज तुसीं लिखण वाले हो, जे नहीं है तो लिख दो, प्रालब्ध तो तुसीं ही लिख दो। जे को होवे दुबला पतला नंग भुख की पीर, दमड़ा पल्लै ना पवै ना को देवै धीर। स्वार्थ सुआओ ना को करे, महाराज जी की बाणी दे विच शब्द है। कहते जे कोल बिल्कुल ही नंगा भुखा होए, कुछ भी उहदे कोल ना होए, कहते चित आवे उस पार ब्रह्म लगे न ताती वाओ। ऐसा भी विधान है जो उस वेले भी रब नूं याद कर लवे, चेते कर लवे बस। इस करके दुख दे विच रब चेते आ जाता है, पर जदों दुख चोखा ही हो जाए फिर मनुखों तो आस छड़ देनी चाहिए है। मनुख नहीं उदों नेड़े लगणगे, उदों फिर परमात्मा नूं चुप करके बस फिर तो वाहिगुरू वाहिगुरू करते रहना चाहिए। प्रालब्ध बन जाएगी, गुरु किरपा कर दिंदा है, वो दृष्टि कर दिंदा है। इस करके महाराज जी कहते जेड़ी तेरी प्रालब्ध है उन्होंने जो तू भोग लेगा तेनू हरि दे दरगाह दे विच वासा मिलेगा, हरि दी दरगाह च तेरा वासा हो जाएगा। अस पर दे कर कीन प्याना, कलखो मिटे जे करत ध्याना। साहिब श्री गुरु नानक देव जी महाराज जिन्हां दा ध्यान मात्र करन दे नाल ही, जिन्हां दे चरनां दा ध्यान धरन दे नाल ही दुनिया के वड्डे वड्डे कलेश मन दे विचों चले जाते हैं। श्री करतारपुरे पुन आए, मिलके सब सेवक हर खाए। महाराज जी उत्थों तुरे ते करतारपुर विच आ गए ने। जिन्ने भी संत साधु ने सारे गुरु साहब जी ने मिल के बड़े खुश होए हैं। रहे तहाँ पुन गमने नाही,
करे है दरस नर कलखो नसाही। ਬੜੇ ਨਰ ਨਾਰੀਆਂ ਆਉਂਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ। ਜਿੰਨੀਆਂ ਵੀ ਉਹਨਾਂ ਦੀਆਂ ਸ਼ਰਧਾ ਭਾਵਨਾ ਹਨ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਪੂਰੀਆਂ ਕਰ ਰਹੇ ਹਨ। ਦੋਹਰਾ ਨਮਹਿ ਨਮਹਿ ਪੁਨ ਪੁਨ ਨਮਹਿ ਸਤਿਗੁਰ ਬਚਨ ਅਨੂਪ। ਮੇਰੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਮੇਰੀ ਨਮਸਕਾਰ ਹੈ, ਨਮਸਕਾਰ ਹੈ ਕਿਹਨੂੰ? ਸਤਿਗੁਰੂ ਦੇ ਬਚਨਾਂ ਨੂੰ, ਜਿਹੜੇ ਸਤਿਗੁਰੂ ਦੇ ਬਚਨ ਅਨੂਪ ਹਨ, ਜਿਨ੍ਹਾਂ ਵਰਗੇ ਬਚਨ ਹੋਰ ਕਿਸੇ ਦੇ ਨਹੀਂ ਹਨ। ਜਿਨ ਕੇ ਸੁਣਿਓ ਤਜ ਕਸ਼ਟ ਜਾਣਹਿ ਸਹਿਜ ਸਰੂਪ। ਮਹਾਰਾਜ ਜੀ ਕਹਿੰਦੇ ਨੇ, ਜਿਨ੍ਹਾਂ ਦੇ ਬਚਨ ਸੁਣ ਕੇ, ਬਚਨ ਸੁਣਨ ਮਾਤਰ ਦੇ ਨਾਲ ਕਸ਼ਟ ਦੂਰ ਹੋ ਜਾਂਦੇ ਨੇ। ਕਸ਼ਟ ਜਿਹੜੇ ਹਨ ਜ਼ਿੰਦਗੀ ਚੋਂ ਚਲੇ ਜਾਂਦੇ ਹਨ। ਚੌਪਈ ਸ਼੍ਰੀ ਅੰਗਦ ਸੁਨ ਕਥਾ ਅਗਾਰੀ ਜੋ ਪ੍ਰਭ ਸਰੋਤਨ ਕੋ ਸੁਖਕਾਰੀ। ਗੁਰੂ ਮਹਾਰਾਜ ਜੀ, ਭਾਈ ਬਾਲਾ ਜੀ ਕਹਿੰਦੇ, ਹੈ ਗੁਰੂ ਅੰਗਦ ਦੇਵ ਜੀ ਮਹਾਰਾਜ, ਤੁਸੀਂ ਇਹ ਕਥਾ ਸੁਣੋ ਜਿਹੜੀ ਸਰੋਤਿਆਂ ਨੂੰ ਸੁਖ ਦੇਣ ਵਾਲੀ ਹੈ। ਪੁਰ ਕਰਤਾਰ ਵਿਖੇ ਤਬ ਆਏ ਬਹੁਰ ਨ ਕਿਤ ਦਿਸ ਵਹਿਰ ਸਿਧਾਏ। ਮਹਾਰਾਜ ਜੀ ਫਿਰ ਕਰਤਾਰਪੁਰ ਵਿੱਚ ਆ ਗਏ ਨੇ। ਉਸ ਤੋਂ ਬਾਅਦ ਮਹਾਰਾਜ ਜੀ ਕਿਤੇ ਹੋਰ ਨਹੀਂ ਗਏ। ਸਵਾ ਜਾਮ ਨਿਸ ਰਹੇ ਸਦਾਈ ਜਾਗਹਿ ਬਹੁਰ ਵਹਿਰ ਕੋ ਜਾਈ। ਜਦੋਂ ਰਾਤ ਦਾ ਸਵਾ ਪਹਿਰ ਰਹਿ ਜਾਂਦਾ ਸੀ, ਭਾਵ 2:30 ਵਜੇ, 1:30-2 ਵਜੇ, ਮਹਾਰਾਜ ਜੀ ਉੱਠ ਕੇ ਇਸ਼ਨਾਨ ਕਰ ਲੈਂਦੇ ਸਨ। ਐਰਾਵਤੀ ਵਿਖੇ ਇਸ਼ਨਾਨਾ ਕਰ ਬੈਠੇ ਤਟ ਲਾਏ ਧਿਆਨਾ। ਮਹਾਰਾਜ ਜੀ ਰਾਵੀ ਨਦੀ ਦੇ ਅੰਦਰ ਇਸ਼ਨਾਨ, ਕਿਉਂਕਿ ਕਰਤਾਰਪੁਰ ਸਾਹਿਬ ਦੇ ਨੇੜੇ ਰਾਵੀ ਨਦੀ ਵਗਦੀ ਹੈ, ਜਿੱਥੋਂ ਹੁਣ ਸਰਕਾਰ ਨੇ ਪੁਲ ਬਣਾਇਆ ਹੈ। ਉਹ ਰਾਵੀ ਨਦੀ ਦੇ ਅੰਦਰ ਮਹਾਰਾਜ ਜੀ ਇਸ਼ਨਾਨ ਕਰਿਆ ਕਰਦੇ ਸਨ। ਚਤੁਰ ਘਟੀ ਨਿਸ ਤੇ ਪੁੰਨ ਆਈ ਬੈਠੇ ਧਰਮਸਾਲ ਸੁਖਦਾਈ। ਫਿਰ 4 ਘੜੀਆਂ ਆ ਜਾਂਦੀਆਂ ਸਨ। 4 ਘੜੀਆਂ ਬਾਅਦ ਮਹਾਰਾਜ ਜੀ ਆ ਕੇ ਧਰਮਸ਼ਾਲਾ ਭਾਵ ਗੁਰਦੁਆਰੇ ਵਿੱਚ ਬੈਠ ਜਾਂਦੇ ਸਨ। ਹੋਏ ਹੋਤ ਕੀਰਤਨ ਸ੍ਰੀ ਸਤਨਾਮੂ ਸੁਨਤ ਪ੍ਰੇਮ ਉਪਜੈ ਅਬਰਾਮੂ। ਮਹਾਰਾਜ ਜੀ ਦੀ ਸੰਗਤ ਦੇ ਵਿੱਚ ਸਤਨਾਮ ਦਾ ਕੀਰਤਨ ਹੁੰਦਾ ਸੀ। ਜਿਹੜੇ ਜਿਹੜੇ ਵੀ ਸੁਣਦੇ ਸਨ, ਹਿਰਦੇ ਦੇ ਵਿੱਚ ਸੁਖ ਪ੍ਰਾਪਤ ਹੁੰਦਾ ਸੀ। ਸੋਦੋ ਕਿਉ ਇੱਕ ਸੰਗਤ ਮਾਹੀ ਡੇਢ ਸਰਦਾ ਜੇ ਕੇ ਉਰ ਮਾਹੀ। ਇੱਕ ਸੈਦੋ ਘਿਓ ਨਾਮ ਦਾ ਸਿੱਖ ਸੀ ਗੁਰੂ ਜੀ ਦੀ ਸੰਗਤ ਵਿੱਚ। ਉਹਦੇ ਦਿਲ ਦੇ ਵਿੱਚ ਬੜੀ ਸ਼ਰਧਾ ਸੀ। ਪਿਖ ਬਿਰਤੰਤ ਗੁਰ ਕੋ ਸੋ ਭਰਮਾ ਲੱਖ ਨਹਿ ਸਕਿਓ ਗੁੱਡ ਜੋ ਮਰਮਾ। ਗੁਰੂ ਜੀ ਦਾ ਬਿਰਤਾਂਤ ਵੇਖ ਕੇ ਉਹ ਭਰਮ ਗਿਆ ਆਪਣੇ ਮਨ ਦੇ ਵਿੱਚ, ਤੇ ਬੜਾ ਗੁਰੂ ਜੀ ਦਾ ਗੂੜ ਗਿਆਨ ਹੈ, ਉਹ ਸਮਝ ਨਾ ਸਕਿਆ। ਇਸ ਬਿਤ ਜਾਨੀ ਤਿੰਨ ਮਨ ਮਾਹੀ ਨਿਸ ਮੈਂ ਸ੍ਰੀ ਗੁਰ ਸਰੇਤਾ ਜਾਹੀ। ਉਹ ਕਹਿੰਦੇ ਗੁਰੂ ਜੀ ਜਿਹੜੇ ਸਵੇਰੇ ਸਵੇਰੇ 1:30 ਵਜੇ ਹੀ ਉੱਠ ਕੇ ਰਾਵੀ 'ਚ ਚਲੇ ਜਾਂਦੇ ਨੇ ਨਾ, ਇਹ ਨਦੀ ਦੇ ਵਿੱਚ ਕਿਉਂ ਜਾਂਦੇ ਹਨ? ਕਹਾਂ ਬੈਠ ਜਲਪਤ ਕੋ ਸੇਵਹਿ ਮਨ ਬਾਂਛਤ ਜਾਂਚਹਿ ਸੋ ਲੇਵਹਿ। ਕਹਿੰਦੇ ਉੱਥੇ ਬੈਠ ਕੇ ਜਿਹੜਾ ਜਲ ਦੇਵਤਾ ਹੈ ਨਾ, ਮੈਨੂੰ ਇਵੇਂ ਲੱਗਦਾ ਉਹ ਸਿੱਖ ਭਰਮ ਗਿਆ। ਗੁਰੂ ਜੀ ਉੱਥੇ ਬੈਠ ਕੇ ਜਲ ਦੇਵਤੇ ਦੀ ਪੂਜਾ ਕਰਦੇ ਹਨ। ਕਰੀ ਬਰਨ ਕੀ ਸੇਵ ਕਨੇਰੀ ਜਾਂਤੇ ਅਜਮਤ ਬੰਦੀ ਬੰਧੇਰੀ। ਇਹ ਜਿਹੜੀ ਗੁਰੂ ਜੀ ਦੇ ਕੋਲ ਸ਼ਕਤੀ ਹੈ ਨਾ, ਉਹ ਆਪਣੇ ਮਨ ਵਿੱਚ ਸੋਚ ਰਿਹਾ ਹੈ, ਇਹ ਸ਼ਕਤੀ ਗੁਰੂ ਨੂੰ ਜਲ ਦੇਵਤੇ ਦੀ ਸੇਵਾ ਕਰਨ ਦੇ ਨਾਲ ਹੀ ਪ੍ਰਾਪਤ ਹੋਈ ਹੈ। ਕਲਾ ਵਿਸ਼ਾਲ ਤਾਹੇ ਤੇ ਪਾਈ ਸਭ ਜਗ ਕੀ ਲੀਨੀ ਗੁਰਿਆਈ। ਜਿਹੜੀ ਸਾਰੇ ਜਗਤ ਦੀ ਗੁਰਿਆਈ ਹੈ ਗੁਰੂ ਨਾਨਕ ਜੀ ਦੇ ਕੋਲ, ਇਹ ਗੁਰੂ ਜੀ ਨੂੰ ਆਪਣੇ ਮਨ ਵਿੱਚ ਸੈਦਾ ਸੋਚ ਰਿਹਾ ਹੈ, ਸੈਦੋ ਸੋਚ ਰਿਹਾ ਹੈ। ਗੁਰੂ ਨੂੰ ਗੁਰਿਆਈ ਤੇ ਲੱਗਦਾ ਜਲ ਦੇਵਤੇ ਦੀ ਪੂਜਾ ਕਰਨ ਨਾਲ ਮਿਲੀ ਹੈ। ਮੈਂ ਅਬ ਸੇਵ ਕਰੋ ਬਹੁਤਾਈ ਪ੍ਰਾਪਤ ਹੋਏ ਕਲਾ ਮੁਝ ਮਾਹੀ। ਕਹਿੰਦਾ ਮੈਂ ਵੀ ਹੁਣ ਜਲ ਦੇਵਤੇ ਦੀ ਪੂਜਾ ਕਰਾਂਗਾ, ਮੈਨੂੰ ਵੀ ਬੜੀਆਂ ਬੜੀਆਂ ਕਲਾ ਪ੍ਰਾਪਤ ਹੋਣਗੀਆਂ। ਇਸ ਪ੍ਰਕਾਰ ਔਰ ਮੈਂ ਠਹਿਰਾਈ ਬੀਤੀ ਨਿਸ ਜਬ ਪਹਿਰ ਅਡਾਈ। ਜਦੋਂ ਰਾਤ ਦੇ 2:30 ਪਹਿਰ ਬੀਤ ਗਏ, ਭਾ 12 ਵਜੇ ਹੀ ਉੱਠ ਕੇ ਘਰੋਂ ਚੱਲ ਪਿਆ। ਤਬ ਸੋ ਗਮਨਿਓ ਸਰਤਾ ਤੀਰੰ ਮਿਲਿਓ ਪੰਥ ਇੱਕ ਮਨੁੱਖ ਸਰੀਰੰ। ਉਹ ਨਦੀ ਵੱਲ ਨੂੰ ਗਿਆ। ਨਦੀ ਤੇ ਜਾਂਦੇ ਇੱਕ ਉਹਨੂੰ ਮਨੁੱਖ ਸਰੀਰ ਮਿਲਿਆ ਹੈ। ਜਿਸਕੇ ਹਾਥ
ਦਿਖੈ ਇੱਕ ਮੀਨਾ ਦੇਖਤ ਸੈਦੋ ਪੂਜਨ ਕੀਨਾ। ਉਹਦੇ ਹੱਥ ਦੇ ਵਿੱਚ ਇੱਕ ਮਛਲੀ ਸੀ। ਸੈਦਾ ਉਹਨੂੰ ਪੁੱਛਦਾ ਹੈ, ਕਹਿੰਦੇ ਭਾਈ ਤੂੰ ਕੌਣ ਹੈ? ਕੌਣ ਅਹੈ ਤੂੰ ਅੰਗ ਕਿਤਕੋ ਜਾਹੀ ਨਿਸ ਮੈਂ ਤਸਕਰ ਕੈ ਸਿੱਖ ਆਹੀ। ਕਹਿੰਦੇ ਤੂੰ ਇੰਨੀ ਰਾਤ ਨੂੰ ਆਇਆ ਹੈ। ਰਾਤ ਨੂੰ ਜਾਂ ਤੇ ਚੋਰ ਜਾਗਦੇ ਨੇ ਜਾਂ ਗੁਰੂ ਦੇ ਪਿਆਰੇ ਜਾਗਦੇ ਨੇ। ਤੂੰ ਚੋਰ ਹੈ ਕਿ ਗੁਰੂ ਦਾ ਸਿੱਖ ਹੈ? ਸੁਣ ਕੇ ਉੱਤਰ ਦੀਨੋ ਤਾਹੀ ਮੁਝਕੋ ਤਸਕਰ ਲਖੇ ਨਾਹੀ। ਉਹ ਕਹਿਣ ਲੱਗਿਆ ਭਾਈ ਮੈਨੂੰ ਚੋਰ ਨਾ ਸਮਝ, ਮੈਂ ਚੋਰ ਨਹੀਂ ਹਾਂ। ਸਗਰੀ ਸਰਤਾ ਕੋ ਪਤ ਜਾਨਹੁ ਨਾਮ ਬਰੂਨ ਮੇਰੋ ਪਹਿਚਾਨਹੁ। ਮੈਂ ਇਹ ਸਾਰੀ ਨਦੀ ਦਾ ਮਾਲਕ ਹਾਂ। ਮੇਰਾ ਨਾਮ ਵਰੁਣ ਦੇਵਤਾ ਹੈ, ਮੈਂ ਜਲ ਦਾ ਦੇਵਤਾ ਹਾਂ। ਸ੍ਰੀ ਗੁਰ ਕੋ ਹਉ ਪੂਜਨ ਜਾਵੋ ਦਰਸ਼ਨ ਨਿਤਾ ਪ੍ਰਤ ਕਰ ਆਵੋ। ਕਹਿੰਦੇ ਮੈਂ ਗੁਰੂ ਨਾਨਕ ਨੂੰ ਪੂਜਣ ਚੱਲਿਆ ਹਾਂ। ਉਹਦੇ ਦਰਸ਼ਨ ਮੈਂ ਰੋਜ਼ ਹੀ ਕਰਕੇ ਆਉਂਦਾ ਹਾਂ। ਸੁਣ ਕੇ ਸੈਦੋ ਕਿਰਾ ਉਚਾਰੀ ਮੈਂ ਤੋ ਉਰ ਅਕਛ ਔਰ ਵਿਚਾਰੀ। ਸੈਦੋ ਕਹਿਣ ਲੱਗਿਆ ਮੈਂ ਤੇ ਕੁਝ ਹੋਰ ਹੀ ਸਮਝਿਆ ਸੀ। ਮੈਂ ਸਮਝਿਆ ਸੀ ਗੁਰੂ ਜੀ ਤੈਨੂੰ ਪੂਜਣ ਆਉਂਦੇ ਨੇ, ਭਾਈ ਤੂੰ ਗੁਰੂ ਕੋਲ ਚੱਲਿਆ ਮੰਗਣ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇਵੀ ਦੇ ਪੁਜਾਰੀ ਸਨ। ਜਿੱਦਣ ਉਹ ਜਾ ਰਹੇ ਨੇ, ਦੇਵੀ ਉੱਥੇ ਧਰਮਸ਼ਾਲਾ 'ਚ ਸੇਵਾ ਕਰ ਰਹੀ ਸੀ। ਉਹ ਗੁਰੂ ਅੰਗਦ ਦੇਵ ਜੀ ਅਜੇ ਭਾਈ ਲਹਿਣਾ ਸਨ। ਉਹ ਪੁੱਛਦੇ ਨੇ ਦੇਵੀ ਮਾਂ ਤੂੰ ਇੱਥੇ ਕੀ ਕਰ ਰਹੀ ਹੈ? ਦੇਵੀ ਮਾਤਾ ਕਹਿੰਦੀ ਹੈ ਧਰਤੀ ਦੇ ਅਵਤਾਰ ਨੇ ਗੁਰੂ, ਕੱਲ ਤਾਰਨ ਗੁਰੂ ਨਾਨਕ ਆਇਆ। ਇਹ ਕਲਯੁਗ ਦੇ ਅਵਤਾਰ ਨੇ। ਇਹਨਾਂ ਦਾ ਜ਼ਿਕਰ ਤੇ ਉਪਨਿਸ਼ਦਾਂ ਦੇ ਵਿੱਚ ਵੀ ਹੋਇਆ ਹੈ ਵੀ ਨਾਨਕ ਅਵਤਾਰ ਆਉਣਗੇ ਕਲਯੁਗ ਦੇ ਵਿੱਚ। ਇਹ ਕਲਯੁਗ ਦੇ ਅਵਤਾਰੀ ਪੁਰਸ਼ ਨੇ। ਮੈਂ ਇਹਨਾਂ ਦੇ ਦਰ ਤੇ ਸੇਵਾ ਕਰਦੀ ਹਾਂ। ਇੱਥੋਂ ਜੋ ਕੁਝ ਮੈਨੂੰ ਸੇਵਾ ਤੋਂ ਲਾਹਾ ਮਿਲਦਾ ਰੱਬੀ ਦਰਬਾਰ 'ਚੋਂ, ਮੈਂ ਜਾ ਕੇ ਉੱਥੇ ਭਗਤਾਂ ਨੂੰ ਵੰਡ ਦਿੰਦੀ ਹਾਂ। ਉਹ ਕਹਿਣ ਲੱਗਿਆ ਮਾਤਾ ਫਿਰ ਹੁਣ ਮੈਨੂੰ ਮਾਫ ਕਰੀ, ਮੈਂ ਗੁਰੂ ਨਾਨਕ ਦੀ ਹੀ ਸੇਵਾ ਕਰਾਂ। ਮੈਂ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਦਰ ਦਾ ਪੁਜਾਰੀ ਬਣਾਂਗਾ। ਇਹ ਸੈਦੋ ਵੀ ਇਵੇਂ ਸੋਚ ਰਿਹਾ ਸੀ। ਸ਼ਾਇਦ ਗੁਰੂ ਨਾਨਕ ਸਾਹਿਬ ਗਾਵਨ ਤੁਧਨੋਂ ਪਵਨ ਪਾਣੀ ਬੈ ਸੰਤਰ। ਇਹ ਭਾਵੇਂ ਗੁਰੂ ਨਾਨਕ ਸਾਹਿਬ ਕਹਿ ਤੇ ਪਰਮਾਤਮਾ ਦੇ ਵਾਚਕ ਸ਼ਬਦ ਕਹਿ ਰਹੇ ਨੇ, ਪਰ ਪਾਰ ਬ੍ਰਹਮ ਤੇ ਗੁਰੂ ਇੱਕ ਹੀ ਹੁੰਦੇ ਨੇ। ਗੁਰੂ ਤੇ ਰੱਬ ਵਿੱਚ ਕੋਈ ਭੇਦ ਨਹੀਂ ਹੁੰਦਾ। ਗੁਰੂ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ, ਇੱਕ ਹੀ ਹੁੰਦੇ ਨੇ ਗੁਰੂ। ਇਸ ਕਰਕੇ ਹਰ ਜਨ ਕੈਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹੋ ਜਿਹਾ ਰੱਬ ਹੁੰਦਾ ਉਹੋ ਜਿਹਾ ਹੀ ਗੁਰੂ ਹੁੰਦਾ। ਇਸ ਕਰਕੇ ਮਹਾਰਾਜ ਜੀ ਇਹ ਜਲ ਦੇਵਤੇ ਦੇ ਚੱਕਰ ਵਿੱਚ ਆ ਗਿਆ। ਜਲ ਦੇਵਤਾ ਉਹਨੂੰ ਸਮਝਾ ਰਿਹਾ ਭਾਈ ਮੈਂ ਤੇ ਆਪ ਗੁਰੂ ਨਾਨਕ ਦੀ ਸੇਵਾ ਕਰਨ ਚੱਲਿਆ ਹਾਂ। ਸ੍ਰੀ ਗੁਰ ਸੇਵਾ ਕਰੇ ਤੁਮਾਰੀ ਜਾਤੇ ਅਜਮਤ ਭੀ ਤਿਨ ਭਾਰੀ। ਕਹਿੰਦਾ ਮੈਂ ਸਮਝ ਰਿਹਾ ਸੀ ਗੁਰੂ ਨੇ ਤੇਰੀ ਪੂਜਾ ਕੀਤੀ ਹੈ ਤੇ ਤੂੰ ਉਹਨੂੰ ਸ਼ਕਤੀਆਂ ਦਿੱਤੀਆਂ ਹਨ। ਰਿੱਧ ਸਿੱਧ ਤੁਮ ਤੇ ਸਭ ਪਾਈ ਇਸ ਬਿਤ ਕੀ ਗਤ ਚਿਤ ਠਹਿਰਾਈ। ਮੈਂ ਤੇ ਆ ਚਿੱਤ ਦੇ ਵਿੱਚ ਠਹਿਰਾਇਆ ਸੀ, ਤਾਂ ਕਰਕੇ ਮੈਂ ਤੇਰੇ ਕੋਲ ਹੀ ਚੱਲਾ ਸਾਂ। ਚੱਲਿਓ ਹੁਤੋ ਤਬ ਸੇਵਾ ਕਾਰਨ ਮਿਲ ਕੇ ਤੁਮ ਸਭ ਕੀਨ ਉਚਾਰਨ। ਕਹਿੰਦੇ ਮੈਂ ਹੁਣ ਤੈਨੂੰ ਹੀ ਮਿਲਣ ਚੱਲਿਆ ਸੀ, ਤੂੰ ਮੈਨੂੰ ਮਿਲ ਕੇ ਸਾਰਾ ਕੁਝ ਦੱਸ ਦਿੱਤਾ ਹੈ। ਇੱਥੋਂ ਤਾਈਂ ਦੀ ਅਸੀਂ ਕਥਾ ਅੱਜ ਸ਼ਰਵਣ ਕਰਾਂਗੇ। ਕੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਵਰੁਣ ਦੇਵਤਾ ਨੂੰ ਲੈ ਕੇ ਜਾਏਗਾ ਸਿੱਖ ਨੂੰ। ਉੱਥੇ ਗੁਰੂ ਨਾਨਕ ਸਾਹਿਬ ਇਹ ਸਿੱਖ ਨੂੰ ਕੀ ਉਪਦੇਸ਼ ਦੇਣਗੇ। ਉਹ ਤੋਂ ਅਗਾਂਹ ਮਹਾਰਾਜ ਜੀ ਬੜੀ ਰਸਦਾਈ ਕਥਾ ਗੁਰੂ ਜੀ ਦੀ ਚੱਲੇਗੀ, ਜਿਹਦੇ ਵਿੱਚ ਇੱਕ ਸਿੱਖ ਨੇ ਸਵਾਲ ਪੁੱਛਿਆ ਮਹਾਰਾਜ ਫਕੀਰੀ ਚੰਗੀ ਹੈ, ਗ੍ਰਸਤੀ ਚੰਗੀ ਹੈ ਕਿ ਸੰਤਪੁਣਾ ਚੰਗਾ ਹੈ? ਇਹ ਤਿੰਨਾਂ ਸਵਾਲਾਂ ਦਾ ਜਵਾਬ ਇੱਕ ਬੜੀ ਵੱਡੀ ਸਾਖੀ ਹੈ, ਉਹਦੇ ਵਿੱਚ ਗੁਰੂ ਜੀ ਦੇਣਗੇ। ਆਪ ਜੀ ਨੂੰ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਉਹ ਸਾਖੀ ਦੇ ਦਰਸ਼ਨ ਆਪ ਜੀ ਨੂੰ ਕਰਾਵਾਂਗੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਜਿੰਨੀ ਘੜੀਆਂ ਸਤ ਸੰਗਤ 'ਚ ਬੈਠੇ ਹੋ, ਇਹ ਲੇਖੇ ਵਿੱਚ ਸੱਚੇ ਪਾਤਸ਼ਾਹ ਲਾਉਣ। ਵਾਹਿਗੁਰੂ ਜੀ ਕਿਰਪਾ ਕਰਨ। ਨਾਮ ਦੀ ਦਾਤ, ਗੁਰਬਾਣੀ ਦੀ ਦਾਤ, ਸਾਡੀਆਂ ਅਰਦਾਸਾਂ, ਸਾਡੀਆਂ ਭਾਵਨਾਵਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਅਜ਼ਮਤ ਦੇ ਨਾਲ ਸਾਡੀਆਂ ਅਰਦਾਸਾਂ ਸੰਪੂਰਨ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ। ਹੋਈ ਭੁੱਲ ਚੁੱਕ ਦੇ ਲਈ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।